ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਕੇ ਜੀਵਨ ਸਫਲ ਬਣਾ ਰਿਹਾ ਹੋ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਆਇਆ ਜਾਂਦਾ ਹੈ। ਜਿਨ੍ਹਾਂ ਦੇ ਉੱਪਰ ਮਾਲਕ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹੀ ਪ੍ਰਾਣੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਸਕਦੇ ਹਨ, ਗੁਰੂ ਸੰਗਤ ਵਿੱਚ ਜੁੜ ਸਕਦੇ ਹਨ। ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ। ਬਾਬਾ ਸਾਚਾ ਸਾਹਿਬ ਹਿਰਦੈ ਸਮਾਨ। ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵੱਖਰ ਪਾਲ। ਮਹਾਰਾਜ ਕਿੰਨਾ ਸਤਿਕਾਰ ਦਾ ਸ਼ਬਦ ਵਰਤਦੇ ਨੇ, ਬਾਬਾ। ਬਾਬਾ ਮੀਨ ਸਿਆਣਾ, ਬਜ਼ੁਰਗ, ਸਮਝਦਾਰ। ਸਤਿਗੁਰੂ ਜੀ ਨੇ ਬੜੇ ਸਤਿਕਾਰਤ ਸ਼ਬਦ ਵਰਤ ਕੇ ਸਾਨੂੰ ਸਮਝਾਇਆ ਹੈ। ਗੁਰੂ ਜੀ ਕਹਿੰਦੇ ਨੇ, ਤੂੰ ਸਿਆਣਾ ਹੈ, ਸੂਝਵਾਨ ਹੈ, ਬਾਬਾ, ਬਜ਼ੁਰਗ ਹੈ, ਆਗੂ ਹੈ। ਕਿਉਂਕਿ ਜਿੰਨੀ ਵੀ ਜੂਨ ਹੈ, 84 ਲੱਖ ਜੂਨ ਹੈ, ਇਹਨਾਂ ਸਭਨਾਂ ਦਾ ਮੁਖੀਆ, ਸਭਨਾਂ ਦਾ ਸਰਦਾਰ ਉਹ ਮਨੁੱਖ ਹੈ। ਸਾਰੀ 84 ਲੱਖ ਜੂਨ ਵਿੱਚੋਂ ਬਾਬਾ ਕੌਣ ਹੈ? ਮਨੁੱਖ ਹੈ। ਸਿਆਣਾ ਕੌਣ ਹੈ? ਮਨੁੱਖ ਹੈ। ਸਿਆਣੇ ਦਾ ਅਰਥ ਇਹ ਨਹੀਂ ਕਿ ਇਹਦੀ ਉਮਰ ਜ਼ਿਆਦਾ ਹੈ, ਤੇ ਘਰ ਵਿੱਚੋਂ ਇਹਦੀ ਉਮਰ 50 ਸਾਲ, 60 ਸਾਲ, 70 ਸਾਲ, 80 ਸਾਲ ਹੈ ਨਾ। ਬਾਬਾ ਦਾ ਅਰਥ ਹੁੰਦਾ ਹੈ ਜਿਹੜਾ ਅਕਲ ਦੇ ਪੱਖ ਤੋਂ ਸਿਆਣਾ, ਜਿਹਦੇ ਕੋਲ ਸੂਝ ਬੂਝ ਹੈ, ਸਮਝ ਹੈ। ਅਸੀਂ ਇਤਿਹਾਸ ਵਿੱਚ ਕਹਿੰਦੇ ਹਾਂ ਬਾਬਾ ਅਜੀਤ ਸਿੰਘ,
ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਹਾਲਾਂਕਿ ਉਹਨਾਂ ਦੀ ਉਮਰ ਤੇ ਬਹੁਤ ਛੋਟੀ ਸੀ। ਬਾਬਾ ਅਜੀਤ ਸਿੰਘ ਦੀ ਉਮਰ ਪੂਰੇ 18 ਸਾਲ ਵੀ ਨਹੀਂ ਸੀ, ਫਿਰ ਵੀ ਅਸੀਂ ਬਾਬਾ ਕਹਿੰਦੇ ਹਾਂ। ਤੇ ਬਾਬਾ ਜੁਝਾਰ ਸਿੰਘ ਦੀ ਉਮਰ ਪੂਰੇ 15 ਸਾਲ ਵੀ ਨਹੀਂ ਸੀ, ਤੇ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਪੂਰੇ 8 ਸਾਲ ਵੀ ਨਹੀਂ ਸੀ, ਤੇ ਬਾਬਾ ਫਤਿਹ ਸਿੰਘ ਦੀ ਉਮਰ ਪੂਰੇ 6 ਸਾਲ ਵੀ ਨਹੀਂ ਸੀ। ਅਸੀਂ ਕਹਿ ਦਿੰਦੇ ਹਾਂ ਨਾ ਕਿ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ 7 ਤੇ 9 ਸਾਲ, ਨਾ, ਇਹ ਮਸ਼ਹੂਰ ਹੋ ਗਿਆ, ਪ੍ਰਸਿੱਧ ਹੋ ਗਿਆ, ਪਰ ਉਹਨਾਂ ਦੀ ਉਮਰ 7 ਤੇ 9 ਸਾਲ ਨਹੀਂ ਸੀ। ਬਾਬਾ ਜੋਰਾਵਰ ਸਿੰਘ ਦੀ ਉਮਰ 8 ਸਾਲ ਤੋਂ ਵੀ ਘੱਟ ਸੀ, ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 6 ਸਾਲ ਤੋਂ ਵੀ ਘੱਟ ਸੀ। ਅਜੇ 6-8 ਕਿਹਾ ਜਾਵੇ ਤੇ ਕੁਝ ਗੱਲ ਬਣਦੀ ਹੈ। ਇੰਨੀ ਛੋਟੀ ਉਮਰ ਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਾਬਾ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਸਮਝ, ਉਹਨਾਂ ਦੇ ਕੋਲ ਸੂਝ ਬੂਝ ਇੰਨੀ ਮਹਾਨ ਸੀ ਕਿ ਮਾਨੋ ਕਿਸੇ ਦੂਸਰੇ ਕੋਲ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਬਾਣੀ ਵਿੱਚ ਮਨੁੱਖ ਨੂੰ ਬਾਬਾ ਕਿਹਾ ਹੈ। ਬਾਬਾ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਆਇਆ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਇਸ ਤਰ੍ਹਾਂ ਬਾਬਾ ਸ਼ਬਦ ਬਹੁਤ ਆਇਆ ਹੈ। 84 ਲੱਖ ਜੂਨ ਵਿੱਚ ਬਾਬਾ ਕੌਣ ਹੈ? ਮਨੁੱਖ। ਸਿਆਣਾ ਕੌਣ ਹੈ? ਮਨੁੱਖ। ਸ਼ੇਰ ਦੇ ਪੰਜਿਆਂ ਵਿੱਚ ਕਿੰਨੀ ਜਾਨ ਹੁੰਦੀ ਹੈ, ਪਰ ਉਹ ਵਿਚਾਰਾ ਧਰਤੀ ਖੋਦ ਕੇ ਤੇਲ ਨਹੀਂ ਕੱਢ ਸਕਦਾ, ਪਰ ਉਹ ਵਿਚਾਰਾ ਪਹਾੜਾਂ ਨੂੰ ਖੋਦ ਕੇ ਉਹਨਾਂ ਵਿੱਚੋਂ ਲੋਹਾ, ਸੋਨਾ, ਚਾਂਦੀ, ਹੀਰੇ ਨਹੀਂ ਕੱਢ ਸਕਦਾ। ਇਹ ਮਨੁੱਖ ਹੈ ਜਿਹੜਾ ਧਰਤੀ ਵਿੱਚੋਂ ਤੇਲ ਕੱਢ ਲੈਂਦਾ ਹੈ, ਪਾਣੀ ਕੱਢ ਲੈਂਦਾ ਹੈ, ਜਿਹੜਾ ਪਹਾੜ ਖੋਦ ਕੇ ਹੀਰੇ, ਮੋਤੀ, ਜਵਾਹਰਾਤ, ਸੋਨਾ, ਚਾਂਦੀ ਕੱਢ ਲੈਂਦਾ ਹੈ। ਇਸ ਲਈ ਮਨੁੱਖ ਸਿਆਣਾ ਹੈ। ਇਸ ਪੂਰੀ ਧਰਤੀ ਤੇ ਮਨੁੱਖ ਦਾ ਰਾਜ ਹੈ। ਇਸ ਲਈ ਗੁਰਬਾਣੀ ਵਿੱਚ ਮਨੁੱਖ ਨੂੰ ਬਾਬਾ ਕਿਹਾ, ਤੂੰ ਸਿਆਣਾ ਹੈ। ਤੇ ਜੇ ਤੂੰ ਮਨੁੱਖ ਹੋ ਕੇ ਵੀ ਸਿਆਣਾ ਨਹੀਂ, ਸਮਝਦਾਰ ਨਹੀਂ, ਫੇਰ ਤੂੰ ਉਹਨਾਂ ਦੁਨੀਆ ਦੇ ਵਿੱਚ ਹੀ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ। ਹੇ ਸਿਆਣੇ ਮਨੁੱਖ, ਸਦਾ ਥਿਰ ਰਹਿਣ ਵਾਲਾ ਜੋ ਮਾਲਕ ਪਰਮਾਤਮਾ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖ, ਭਾਵ ਉਸ ਉੱਤੇ ਵਿਸ਼ਵਾਸ ਰੱਖ, ਉਸ ਉੱਤੇ ਭਰੋਸਾ ਰੱਖ, ਉਸ ਉੱਤੇ ਯਕੀਨ ਰੱਖ, ਪਰਮਾਤਮਾ ਤੇ ਵਿਸ਼ਵਾਸ ਰੱਖ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਜਿਹਨੇ ਤੈਨੂੰ ਮਾਤਾ ਦੀ ਕੁੱਖ ਵਿੱਚ ਪਾਲਿਆ, 9 ਮਹੀਨੇ ਅਗਨ ਦੇ ਵਿੱਚ ਪੁੱਠਾ ਲਟਕ ਰਹੇ ਨੂੰ ਜਿਸ ਨੇ ਖੁਰਾਕ ਦਿੱਤੀ, ਉਹ ਤੈਨੂੰ ਬਚਪਨ ਵਿੱਚ ਵੀ ਦੇਵੇਗਾ, ਜਨਮ ਲੈਣ ਤੋਂ ਬਾਅਦ ਵੀ ਦੇਵੇਗਾ, ਉਹ ਤੈਨੂੰ ਜਵਾਨੀ ਵਿੱਚ ਵੀ ਪਾਲੇਗਾ, ਉਹ ਤੈਨੂੰ ਬੁਢੇਪੇ ਵਿੱਚ ਵੀ ਪਾਲੇਗਾ। ਉਹਦੇ ਉੱਤੇ ਵਿਸ਼ਵਾਸ ਰੱਖ, ਉਹਦੇ ਉੱਤੇ ਭਰੋਸਾ ਰੱਖ। ਕਿੰਨੇ ਸੁੰਦਰ ਬਚਨ ਨੇ ਮਹਾਰਾਜ ਦੇ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ। ਜਦੋਂ ਬੰਦਾ ਥੋੜਾ ਜਿਹਾ ਸਿਆਣਾ ਹੋਣ ਲੱਗਦਾ ਹੈ, ਥੋੜੀ ਜਿਹੀ ਸੁਰਤ ਸੰਭਾਲਣ ਲੱਗਦਾ ਹੈ, ਫਿਰ ਚਿੰਤਾਤੁਰ ਹੋ ਜਾਂਦਾ ਹੈ। ਫਿਰ ਮਨੁੱਖ ਫਿਕਰਾਂ ਵਿੱਚ ਵੱਜ ਜਾਂਦਾ ਹੈ। ਹੁਣ ਮੇਰੀ ਲਾਈਫ ਦਾ ਕੀ ਬਣੂ, ਹੁਣ ਮੇਰੀ ਜ਼ਿੰਦਗੀ ਦਾ ਕੀ ਬਣੂ, ਇਹ ਮੇਰਾ ਕੰਮਕਾਜ ਕਿੱਦਾਂ ਚੱਲੂ, ਮੇਰੇ ਬੱਚਿਆਂ ਦਾ ਕੀ ਬਣੂ। ਚਿੰਤਾਤੁਰ ਹੋ ਜਾਂਦਾ ਹੈ, ਫਿਕਰਮੰਦ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਤੂੰ ਕਰਮ ਕਰ ਪਰ ਫਿਕਰਮੰਦ ਨਾ ਹੋ, ਤੂੰ ਕਰਮ ਕਰ ਪਰ ਚਿੰਤਾਤੁਰ ਨਾ ਹੋ। ਕਰਮ ਕਰਨਾ ਮਨੁੱਖ ਦਾ ਫਰਜ਼ ਹੈ।
पर चिंता करनी नहीं। क्यों? कर्म मनुख ने करना, कर्म नूं फल लाउण दी चिंता परमात्मा ने करनी है। तुसीं कई बार बचन पढ़िया होवेगा गुरु नानक साहब जी महाराज का, नानक चिंता मत करो, चिंता तिस ही है। आसा की वार का कदे पाठ करिए जां कीर्तन सुनिए, ਉਹਦੇ ਵਿੱਚ भी बचन आउंदा है। साहब कहते ने सो करता चिंता करे जिन उपाया जग। चिंता वो करे, तुसीं सिर्फ कर्म करना है। कर्म का फल देने की चिंता वो निरंकार नूं है, परमात्मा नूं है। असीं कर्म करके चिंता भी पालते हाँ। बीज बोया है, पता नहीं फल लगना ਜਾਂ नहीं लगना। तेरा काम है तू सही ढंग नाल बीज बोना, रुत दे लिहाज नाल बीज बोना, वत दे लिहाज नाल बीज बोना, धरती दे लिहाज नाल बीज बोना। जो नियम ने बीज बीजण दे उन्हां दा तू खास ख्याल रखना। अगर तू सारे नियम पाल दिते ने, हुण तैनूं चिंता करन दी लोड़ नहीं है। हुण वो चिंता निरंकार करेगा। अगर तू ये कहें कि मैं बीज बोंदा हाँ ते मेरी चिंता कीतियां ही इनू फल लगेगा, जे मैं निश्चिंत हो गया, फिक्र छड्ड दिता ते फल नहीं लगना, महाराज कहते ने ये तैनूं भुलेखा है, ये तैनूं भरम है। असीं रोजाना एक बचन पढ़ते हाँ साहिब श्री गुरु अर्जन देव जी महाराज का। गुरुदेव कहते ने जे तू ये मन विच सोचे भी मैं उद्यम किया, मैं फिक्र रखिया, मैं चिंता रखी, मैं रखवाली की, मैं ये बीज बोया, मैं ये कर्म किया, तां जाके किते मैनू फल मिलिया, तां किते जाके मैनू पेट भरवी रोटी मिली, ते फिर सह प्रमाण दे के समझाउंदे ने। कहंदे ने काहे रे मन चित मह उद्यम, जा आहर हर जियो परिया, सैल पत्थर मैं जानतो पाए, ताका रिजक आग्या कर दरिया। जे तू ये पिया हंकार पाले कि मैं उद्यम कीता सी, मैं हीला वसीला कीता सी, मैं हथ पैर हिलाए, मैं पूरा पूरा ध्यान रखिया, मैं बड़ा फिक्रमंद रहा, तो सतगुरु कहते हैं जिहड़ा पत्थर विच कीड़ा, दस फिर वो की करदा। चलो मान लिया कि तू हथ पैर हिलाए, तू चिंता की, तू रखवाली की, तू दिमाग ते बोझ लिया, तैनू कुछ खाण नूं मिल गया, तो जिहड़ा पत्थर विच कीड़ा ਉਹਨੇ दस की कीता सी, वो की करदा सी। जे मालिक पत्थर विच पए कीड़े नूं खुराक दे सकदा, वो तैनू भी दे सकदा सी, पर उसने तेरे ते कृपा की, तैनू सियाणप दिती, तैनू अकल दिती, तैनू हथ पैर दिते, तैनू कुछ करन दे योग बनाया, पर तू उल्टा हंकार पाल लिया। तू उल्टा हंकार पाल लिया कि मैं कीता। साहब कहते ने जे मालिक चाहे तू कुछ भी ना करे, तां भी तैनू रोजी दे सकदा है, तां भी तैनू खुराक दे सकदा है। जे पत्थर विच पै कीड़े नूं दे सकदा, तैनू भी दे सकदा। तू सगों उसका धन्नवाद कर, उसका शुकराना कर। मालिक जी मैं किवें तेरा शुक्र करा, तू मैनू सियाणप दिती, तू मैनू समझ दिती, तू मैनू अपना अन्न आप पैदा करन दी हिम्मत दिती, मैं तेरा शुक्र करदा। तू हथ दिते, तू पैर दिते, तू शरीर विच हरकत दिती, सियाणप दिती, पर तू उल्टा हंकार पाल लिया कि मैं करदा सारा कुछ। सच्चे पातशाह कहते हैं ये हंकार नूं अपने अंदरों कढ, इस हंकार नूं अपने अंदरों कढ। फिर मनुख ये सोचता है कि मेरे माँ बाप हैं, मेरे सज्जन मित्र हैं, मेरे पुत्र हैं, औरत है, मेरा परिवार है, जे मैं कुछ ना भी करा तो ये मेरा पालन पोषण करनगे। इनू परमात्मा ते विश्वास नहीं।
ਪਹਿਲਾਂ ਇਸਨੇ ਹੰਕਾਰ ਪਾਲਿਆ ਕਿ ਮੈਂ ਉਦਮ ਕਰਦਾ ਹਾਂ, ਹੁਣ ਦੂਸਰਾ ਹੰਕਾਰ ਪਾਲ ਲਿਆ ਜੀ ਨਹੀਂ ਮੇਰੇ ਮਾਂ-ਬਾਪ ਨੇ, ਮੇਰੇ ਸੱਜਣ ਮਿੱਤਰ ਨੇ, ਲੋਕ ਨੇ, ਦੁਨੀਆ ਵਸਦੀ ਹੈ, ਮੇਰੇ ਪੁੱਤਰ ਨੇ, ਔਰਤ ਹੈ, ਪਰਿਵਾਰ ਹੈ, ਇਹ ਮੇਰਾ ਪਾਲਣ ਪੋਸ਼ਣ ਕਰਨਗੇ। ਤੇ ਸੱਚੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ? ਕਹਿਣ ਲੱਗੇ ਜਨਨ ਪਿਤਾ ਲੋਕ ਸੁੱਤ ਬਨਤਾ ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਜਿਨ੍ਹਾਂ ਤੇ ਵਿਸ਼ਵਾਸ ਰੱਖੀ ਬੈਠਾ ਹੈ ਤੇਰਾ ਭਰਮ ਹੈ। ਪ੍ਰਮਾਣ ਕੀ ਦਿੰਦੇ ਨੇ? ਊਡੈ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਿਉਂਕਿ ਜਿਹੜੀਆਂ ਕੂੰਜਾਂ ਨੇ ਇਹ ਲੱਖਾਂ ਦੀ ਗਿਣਤੀ ਵਿੱਚ ਉੱਡ ਕੇ ਇੱਧਰ ਰੂਸ ਵੱਲ ਚਲੀਆਂ ਜਾਂਦੀਆਂ ਨੇ, ਬਰਫਾਨੀ ਇਲਾਕੇ ਵਿੱਚ। ਡਿਸਕਵਰੀ ਚੈਨਲ ਤੇ ਵੀ ਤੁਸੀਂ ਦੇਖ ਸਕਦੇ ਹੋ। ਇਹ ਫਿਰ ਉੱਥੇ ਕਈ ਸਮਾਂ ਰਹਿੰਦੀਆਂ ਬਰਫਾਨੀ ਇਲਾਕੇ ਵਿੱਚ। ਉੱਥੇ ਫਿਰ ਬੱਚੇ ਦਿੰਦੀਆਂ, ਬਰਫ਼ ਦੇ ਵਿੱਚ ਬੱਚੇ ਦੇ ਕੇ ਤੇ ਆਪ ਉੱਡ ਜਾਂਦੀਆਂ, ਉੱਧਰ ਪਹਾੜਾਂ ਵੱਲ ਨੂੰ ਚਲੀਆਂ ਜਾਂਦੀਆਂ ਤੇ ਬੱਚੇ ਉੱਥੇ ਪਲਦੇ ਨੇ। ਸਿਰਫ ਉਹ ਕੂੰਜਾਂ ਆਪਣੇ ਬੱਚਿਆਂ ਨੂੰ ਯਾਦ ਰੱਖਦੀਆਂ, ਉਹਨਾਂ ਦੀ ਯਾਦ ਨਾਲ ਹੀ ਬੱਚੇ ਪਲ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਪ੍ਰਮਾਣ ਦਿੰਦੇ ਨੇ, ਕਹਿਣ ਲੱਗੇ ਜੇ ਤੂੰ ਇਹ ਪਿਆ ਹੰਕਾਰ ਕਰੇ ਵੀ ਮੇਰੇ ਮਾਂ-ਬਾਪ ਨੇ, ਲੋਕ ਨੇ, ਧੀਆਂ ਪੁੱਤਰ ਨੇ, ਪਰਿਵਾਰ ਹੈ, ਤੇ ਦੱਸ ਉਹ ਜਿਹੜੇ ਬੱਚੇ ਨੇ ਕੂੰਜਾਂ ਦੇ ਫਿਰ ਉਹਨਾਂ ਦਾ ਕੌਣ ਹੈ? ਉਹਨਾਂ ਨੂੰ ਕੌਣ ਖਿਲਾਉਂਦਾ? ਉਹਨਾਂ ਨੂੰ ਚੋਗ ਕੌਣ ਚੁਗਾਉਂਦਾ? ਜੇ ਕੂੰਜ ਦੇ ਬੱਚਿਆਂ ਨੂੰ ਮਾਲਕ ਪਾਲ ਸਕਦਾ, ਤੈਨੂੰ ਵੀ ਪਾਲ ਸਕਦਾ। ਇਹ ਤੇ ਤੇਰੇ ਉੱਤੇ ਵੱਡਾ ਉਸਨੇ ਉਪਕਾਰ ਕੀਤਾ, ਤੈਨੂੰ ਮਾਂ ਦੀ ਗੋਦ ਦਿੱਤੀ, ਤੈਨੂੰ ਪਿਤਾ ਦਾ ਪਿਆਰ ਦਿੱਤਾ, ਤੈਨੂੰ ਧੀਆਂ ਪੁੱਤਰਾਂ ਦਾ ਪਿਆਰ ਦਿੱਤਾ ਉਸਨੇ, ਕਈ ਤਰ੍ਹਾਂ ਦੇ ਪਿਆਰ ਵਿੱਚ ਤੈਨੂੰ ਉਸਨੇ ਬੰਨਿਆ। ਤੂੰ ਉਸਦਾ ਸ਼ੁਕਰ ਕਰ, ਤੂੰ ਉਸਦਾ ਧੰਨਵਾਦ ਕਰ। ਮਾਲਕ ਇਹ ਸਾਰਾ ਪਰਿਵਾਰ ਵੀ ਤੂੰ ਹੀ ਦਿੱਤਾ, ਮਾਂ-ਬਾਪ ਵੀ ਤੂੰ ਦਿੱਤੇ, ਧੀਆਂ ਪੁੱਤਰ ਵੀ ਤੂੰ ਦਿੱਤੇ, ਤੂੰ ਸਗੋਂ ਉਲਟਾ ਹੰਕਾਰ ਪਾਲਿਆ ਹੋਇਆ ਹੈ। ਮਨੁੱਖ ਪਰਮਾਤਮਾ ਤੇ ਵਿਸ਼ਵਾਸ ਨਹੀਂ ਰੱਖਦਾ, ਪਰਮਾਤਮਾ ਤੇ ਭਰੋਸਾ ਨਹੀਂ ਰੱਖਦਾ। ਇਹ ਆਪਣੇ ਆਪ ਤੇ ਮਾਣ ਰੱਖਦਾ ਹੈ, ਇਹ ਆਪਣੇ ਪਰਿਵਾਰ ਤੇ ਫਖਰ ਰੱਖਦਾ, ਆਪਣੇ ਕੁਟੁੰਬ ਕਬੀਲੇ ਦੇ ਉੱਪਰ ਮਾਣ ਰੱਖਦਾ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਭ ਛੱਡ ਦੇ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਉਹ ਜੋ ਸਦਾ ਸਥਿਰ ਰਹਿਣ ਵਾਲਾ ਮਾਲਕ ਹੈ, ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ, ਉਹਨੂੰ ਯਾਦ ਰੱਖ। ਉਹਨੇ ਹੀ ਇਹ ਸਾਰੀਆਂ ਵਿਧਾਂ ਬਣਾਈਆਂ ਨੇ। ਜੇ ਤੂੰ ਕੁਛ ਕਰਦਾ ਹੈ, ਇਹ ਵਿਧੀ ਵੀ ਉਸਨੇ ਬਣਾਈ ਹੈ, ਇਹ ਸਿਆਣਪ ਸੂਝ ਬੁੱਝ ਵੀ ਉਸਨੇ ਤੈਨੂੰ ਦਿੱਤੀ ਹੈ। ਜੇ ਕੁਟੁੰਬ ਪਰਿਵਾਰ ਤੇਰੀ ਕੋਈ ਮਦਦ ਕਰਦਾ ਹੈ, ਇਹ ਸਾਰਾ ਹੀਲਾ ਵਸੀਲਾ ਵੀ ਉਸ ਪਰਮਾਤਮਾ ਨੇ ਬਣਾਇਆ ਹੈ। ਤੂੰ ਆਪਣੇ ਅੰਦਰੋਂ ਇਹ ਵਹਿਮ ਕੱਢ ਦੇ, ਸਤਿਗੁਰੂ ਆਪਣਾ ਪੁੱਛ ਦੇਖ। ਸਾਹਿਬ ਕਹਿੰਦੇ ਨੇ ਜੇ ਮੇਰੇ ਤੇ ਯਕੀਨ ਨਹੀਂ, ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲੈ। ਕਦੇ ਬਾਣੀ ਪੜ੍ਹ ਕੇ ਨਿਰਣਾ ਕਰ ਲਓ, ਕਦੇ ਬਾਣੀ ਪੜ੍ਹ ਕੇ ਇਹ ਪੁੱਛ ਲਓ ਸਤਿਗੁਰੂ ਨੂੰ ਕਿ ਮਾਲਕ ਜੀ ਜੋ ਮੈਂ ਸੋਚ ਰਿਹਾ ਠੀਕ ਹੈ? ਨਹੀਂ, ਗੁਰੂ ਸਮਝਾਣਗੇ ਤੂੰ ਠੀਕ ਨਹੀਂ ਸੋਚ ਰਿਹਾ। ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵਖਰ ਭਾਲ। ਗੁਰੂ ਦੇ ਪਾਸੋਂ ਇਹ ਅਸਲੀ ਵਖਰ, ਸਮਝ ਦਾ ਵਖਰ, ਅਸਲੀ ਸੌਦਾ ਉਹ ਲੱਭ ਲੈ। ਗੁਰੂ ਤੈਨੂੰ ਅਸਲੀ ਵਖਰ ਦੇਵੇਗਾ। ਵਖਰ ਸੌਦਾ, ਸਭ ਤੋਂ ਵੱਡਾ ਸੌਦਾ ਕੀ ਹੈ? ਅਕਲ, ਸਿਆਣਪ, ਮੱਤ। ਸਤਿਗੁਰੂ ਸਿੱਖ ਨੂੰ ਮੱਤ ਦਿੰਦਾ ਹੈ, ਸਤਿਗੁਰੂ ਸਿੱਖ ਨੂੰ ਅਕਲ ਦਿੰਦਾ ਹੈ। ਜਿਸ ਦੇ ਕੋਲ ਅਕਲ ਹੈ, ਜਿਸ ਦੇ ਕੋਲ ਮੱਤ ਹੈ, ਜਿਸ ਦੇ ਕੋਲ ਸਿਆਣਪ ਹੈ, ਉਸ ਦੇ ਕੋਲ ਸਭ ਕੁਛ ਹੈ। ਜਿਹਦੇ ਕੋਲ ਅਕਲ ਨਹੀਂ, ਮੱਤ ਨਹੀਂ, ਉਹਦੇ ਕੋਲ ਕੁਛ ਵੀ ਨਹੀਂ ਹੈ। ਰਾਜ ਭਾਗ ਹੋਵੇ, ਧਨ ਦੌਲਤ ਹੋਵੇ, ਪਰ ਅਕਲ ਨਾ ਹੋਵੇ, ਸਿਆਣਪ ਨਾ ਹੋਵੇ, ਕਿਸ ਕੰਮ ਹੈ? ਧਨ ਦੌਲਤ ਔਰੰਗਜ਼ੇਬ ਦੇ ਕੋਲ ਬੜਾ ਸੀ, ਪੂਰੇ ਹਿੰਦੁਸਤਾਨ ਦਾ ਮਾਲਕ ਸੀ ਉਹ, ਪਰ ਅਕਲ ਹੈ ਨਹੀਂ ਸੀ। ਤਕਰੀਬਨ 49 ਸਾਲ 50 ਸਾਲ ਉਹਨੇ ਰਾਜ ਕੀਤਾ ਤੇ ਲੜਦਾ ਹੀ ਰਿਹਾ। ਇੱਕ ਦਿਨ ਵੀ ਸ਼ਾਂਤੀ ਨਾਲ ਨਹੀਂ ਬੈਠਾ, ਇੱਕ ਦਿਨ ਵੀ ਉਹ ਸ਼ਾਂਤੀ ਨਾਲ ਬੈਠ ਕੇ ਭੋਜਨ ਨਹੀਂ ਕਰ ਸਕਿਆ।
बस लड़दा रहे, इधर बंगाल विच लड़दा रहा, इधर करनाटका दे विच लड़दा रहा, दक्षिण दे विच लड़दा रहा, लड़दा ही रहा बेचारा। 2 महीने किते, 2 महीने किते, कदे प्यो नूं मार, कदी भरावां नूं मार, कदी किसे नूं मार। शक च रहना उहने हर समय, किसे ते विश्वास ही नहीं सी करदा। जे उहने फौज भी भेजणी किते मुहिम ते, एक जरनैल हिंदू हुंदा सी, एक मुसलमान हुंदा सी। ना उसनूं हिंदू ते विश्वास ते ना उसनूं मुसलमान ते विश्वास। ते राज भाग नूं करना की है? जे राज भाग हुंदियां होइयां, पैसा हुंदियां होइयां, हकूमत हुंदियां होइयां, असीं शांति नाल बैठ के टिक के 2 प्रशादे भी नहीं छक सकते, इहो जिहे धन दौलत नूं की करना जी? इहो जिहा राज भाग नूं की करना? ਉਹਦੇ ਨਾਲ तो एक गरीब बंदा चंगा, ਜਿਹੜਾ अपनी झोंपड़ी ਵਿੱਚ बैठा, ਕੱਖਾਂ ਦੀ ਕੋਲੀ ਵਿੱਚ बैठा, ਘੱਟੋ ਘੱਟ ਆਪਣੇ ਪਰਿਵਾਰ ਵਿੱਚ बैठ के, ਬੱਚਿਆਂ ਵਿੱਚ बैठ के ਚੱਜ ਨਾਲ ਪ੍ਰਸ਼ਾਦਾ ਦੇ ਛਕਦਾ, ਭਾਵੇਂ ਮਾੜਾ ਹੀ ਛਕਦਾ ਹੋ। ਜੇ ਸਾਡੇ ਅੰਦਰ ਸ਼ਾਂਤੀ ਨਹੀਂ, ਸਾਡੇ ਅੰਦਰ ਟਿਕਾਓ ਹੀ ਨਹੀਂ, ਅਸੀਂ ਹਰ ਸਮੇਂ ਤਲਖੀ ਵਿੱਚ ਹਾਂ, ਹਰ ਸਮੇਂ ਸ਼ੱਕ ਦੇ ਵਿੱਚ ਰਹਿੰਦੇ ਹਾਂ, ਹਰ ਸਮੇਂ ਚਿੰਤਾਵਾਂ ਫਿਕਰਾਂ ਵਿੱਚ ਘਿਰੇ ਹੋਏ ਹਾਂ, ਤੇ ਫਿਰ ਇਹੋ ਜਿਹੇ ਧਨ ਦੌਲਤ ਨੂੰ ਕੀ ਕਰਨਾ ਹੈ? ਇਹੋ ਜਿਹਾ ਰਾਜ ਭਾਗ ਨੂੰ ਕੀ ਕਰਨਾ ਹੈ? ਸਿਕੰਦਰ ਕੋ ਕਿਤੇ ਥੋੜਾ ਧਨ ਦੌਲਤ ਸੀ, ਦੁਨੀਆ ਨੂੰ ਜਿੱਤਣ ਤੁਰ ਪਿਆ, ਕਹਿੰਦਾ ਸਾਰੀ ਦੁਨੀਆ ਤੇ ਮੈਂ ਰਾਜ ਭਾਗ ਕਰਨਾ ਹੈ, ਸਾਰੀ ਦੁਨੀਆ ਤੇ ਆਪਣੀ ਹਕੂਮਤ ਦੇ ਝੰਡੇ ਲਹਿਰਾਉਣੇ ਨੇ। ਤੇ ਫਿਰ ਕੀ ਉਹਦੇ ਜੀਵਨ ਵਿੱਚ ਕੋਈ ਆਨੰਦ ਸੀ? ਉਹਦੇ ਜੀਵਨ ਵਿੱਚ ਕੋਈ ਰਸ ਸੀ? ਦੁਨੀਆ ਨੂੰ ਜਿੱਤਦਾ ਹੀ ਮਰ ਗਿਆ, ਦੁਨੀਆ ਨੂੰ ਜਿੱਤਦਾ ਹੀ ਸੰਸਾਰ ਤੋਂ ਚਲਾ ਗਿਆ। ਕੋਈ ਇੱਕ ਹੋਇਆ? ਪਤਾ ਨਹੀਂ ਕਿੰਨੇ ਕੁ ਹੋਏ ਨੇ। ਹਿਟਲਰ ਨੇ ਕਰੋੜਾਂ ਲੋਕਾਂ ਦਾ ਵਿਨਾਸ਼ ਕੀਤਾ, ਤੇ ਕੀ ਉਹਦੀ ਜ਼ਿੰਦਗੀ 'ਚ ਕੋਈ ਸੁੱਖ ਸੀ? ਨੈਪੋਲੀਅਨ ਲੈ ਲਓ, ਹੋਰ ਲੈ ਲਓ। ਇਸ ਲਈ ਅਸੀਂ ਜਿੰਨਾ ਮਰਜ਼ੀ ਵੱਡਾ ਰਾਜ ਭਾਗ ਹਾਸਲ ਕਰ ਲਈਏ, ਜੇ ਸਾਡੇ ਜੀਵਨ ਵਿੱਚ ਆਨੰਦ ਨਹੀਂ, ਜੇ ਸਾਡੇ ਜੀਵਨ ਵਿੱਚ ਸੁੱਖ ਨਹੀਂ, ਜੇ ਸਾਡੇ ਜੀਵਨ ਵਿੱਚ ਅਕਲ ਨਹੀਂ, ਤਾਂ ਸਭ ਕੁਝ ਵਿਅਰਥ ਹੈ, ਸਭ ਕੁਝ ਨਿਫਲ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਨੂੰ ਪੁੱਛ ਕੇ ਦੇਖ, ਤੇ ਸਤਿਗੁਰੂ ਦੇ ਕੋਲੋਂ ਨਾਮ ਦਾ ਵੱਖਰ ਲੈ ਲੈ, ਅਕਲ ਸਿਆਣਪ ਦਾ ਵੱਖਰ ਲੈ ਲੈ। ਸਤਿਗੁਰੂ ਸਿੱਖ ਨੂੰ ਸੋਝੀ ਦਿੰਦਾ ਹੈ, ਸਤਿਗੁਰੂ ਸਿੱਖ ਨੂੰ ਸਮਝ ਦਿੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ ਬਚਨ ਸਾਨੂੰ ਬਾਣੀ ਵਿੱਚ ਇੱਕ ਥਾਵੇਂ ਨਹੀਂ, ਬੇਅੰਤ ਥਾਵੇਂ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨੇ ਬਾਹਰ ਭਾਵੇਂ ਸੈਂਕੜੇ ਚੰਦਰਮਾ ਉਗ ਪੈਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਜੇ ਸਤਿਗੁਰੂ ਦੇ ਪਾਸੋਂ ਅਸੀਂ ਗਿਆਨ ਨਹੀਂ ਲਿਆ, ਸਾਡੇ ਅੰਦਰ ਹਨੇਰਾ ਹੀ ਹਨੇਰਾ ਹੈ, ਅਸੀਂ ਅੰਦਰੋਂ ਹਨੇਰੇ ਵਿੱਚ ਹੀ ਭਟਕਾਂਗੇ। ਸਤਿਗੁਰੂ ਜਿਹੜਾ ਸਾਡੇ ਅੰਦਰ ਚਾਨਣ ਕਰਦਾ, ਸਾਡੇ ਅੰਦਰ ਪ੍ਰਕਾਸ਼ ਕਰਦਾ, ਸਾਡੇ ਅੰਦਰ ਗਿਆਨ ਪੈਦਾ ਕਰਦਾ, ਸਾਨੂੰ ਅੰਦਰੋਂ ਸੂਝ ਬੂਝ ਬਖਸ਼ਿਸ਼ ਕਰਦਾ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ। ਗੁਰੂ ਤੋਂ ਬਿਨਾਂ ਸਾਡੇ ਅੰਦਰ ਕੋਪਾ ਹਨੇਰਾ। ਸਾਨੂੰ ਜੀਵਨ ਜਿਉਣ ਦੀ ਜਾਂਚ ਹੀ ਨਹੀਂ ਹੈ, ਸਾਨੂੰ ਜੀਵਨ ਜਿਉਣ ਦਾ ਕੋਈ ਢੰਗ ਤਰੀਕਾ ਹੀ ਨਹੀਂ ਹੈ। ਸਤਿਗੁਰੂ ਸਿੱਖ ਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ ਹੈ, ਸਤਿਗੁਰੂ ਸਿੱਖ ਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਸਿਖਾਉਂਦਾ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਗੁਰੂ ਨੇ ਗਿਆਨ ਦਿੱਤਾ, ਮਨ ਸਮਝ ਗਿਆ, ਮਨ ਨੂੰ ਪਤਾ ਲੱਗ ਗਿਆ ਗੱਲ ਤੇ ਕੋਈ ਹੋਰ ਸੀ। ਜਿੱਥੇ ਮੈਂ ਸੁੱਖ ਲੱਭਦਾ ਫਿਰਦਾ ਸੀ, ਉੱਥੇ ਤੇ ਸੁੱਖ ਹੈ ਹੀ ਨਹੀਂ ਸੀ। ਜਿੱਥੇ ਮੈਂ ਆਨੰਦ ਲੱਭਦਾ ਫਿਰਦਾ ਸੀ, ਉੱਥੇ ਤੇ ਆਨੰਦ ਹੈ ਹੀ ਨਹੀਂ ਸੀ। ਸਮਝ ਆ ਗਈ। ਬਸ ਜਦੋਂ ਸਮਝ ਆ ਗਈ ਨਾ, ਉਦੋਂ ਹੀ ਸੁੱਖ ਹੈ। ਜਦੋਂ ਸੋਝੀ ਆ ਗਈ, ਉਦੋਂ ਹੀ ਆਨੰਦ ਹੈ ਜੀਵਨ ਵਿੱਚ। ਇਸ ਪੂਰੇ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕੀ ਕਿਰਪਾ ਕੀਤੀ ਹੈ। ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਪਿਆਰ ਵਿੱਚ ਸਰਬੱਤ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸੱਚ ਰਤੇ ਸੇ ਲਹੋ, ਸੇ ਵਿਰਲੇ ਸੰਸਾਰ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ, ਹੇ ਭਾਈ ਸੱਚ ਰਤੇ ਸੇ ਟੋੜ ਲਓ। ਜਿਹੜੇ ਸੱਚ ਵਿੱਚ ਰਤੇ ਹੋਏ ਨੇ, ਜਿਹੜੇ ਸੱਚਾਈ ਵਿੱਚ ਮਿਲੇ ਹੋਏ ਨੇ, ਜਿਨ੍ਹਾਂ ਨੂੰ ਸੱਚ ਦੀ ਸਮਝ ਪੈ ਗਈ ਹੈ,
ਜਿਨ੍ਹਾਂ ਨੂੰ ਅਸਲੀਅਤ ਸਮਝ ਲੱਗ ਗਈ ਹੈ, ਜਿਨ੍ਹਾਂ ਨੂੰ ਸਹੀ ਗੱਲ ਸਮਝ ਲੱਗ ਗਈ ਹੈ, ਉਹਨੂੰ ਕਹਿੰਦੇ ਨੇ ਸੱਚ ਰੱਤੇ ਸੇ ਟੋੜ ਲਓ। ਉਹ ਲੱਭੋ, ਉਹ ਲੱਭੋ ਜਿਨ੍ਹਾਂ ਨੂੰ ਸੱਚ ਦੀ ਸਮਝ ਪੈ ਗਈ। ਪਰ ਸੇ ਬਿਰਲੇ ਸੰਸਾਰ, ਸੱਚ ਨੂੰ ਸਮਝਣ ਵਾਲੇ ਸੰਸਾਰ ਵਿੱਚ ਬਿਰਲੇ ਨੇ, ਕਿਉਂਕਿ ਹਰੇਕ ਮਨੁੱਖ ਨੇ ਆਪਣੇ ਲਿਹਾਜ਼ ਨਾਲ ਹੀ ਸੱਚ ਬਣਾਇਆ ਹੋਇਆ ਹੈ। ਹਰੇਕ ਮਨੁੱਖ ਦਾ ਸੱਚ ਉਹਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ। ਇੱਕ ਬੰਦੇ ਦਾ ਸੱਚ ਇਹ ਹੈ, ਉਹ ਕਹਿੰਦਾ ਕਿ ਜੀਵਨ ਵਿੱਚ ਚੰਗੇ ਕੰਮ ਕਰ ਲਓ, ਜੀਵਨ ਸਫਲ ਬਣਾ ਲਓ, ਲੋਕ ਯਾਦ ਕਰਨਗੇ। ਉਹਦੀ ਸੋਚਣੀ ਇਹ ਹੈ, ਉਹਦੇ ਹਿਸਾਬ ਨਾਲ ਸੱਚਾਈ ਇਹ ਹੈ ਕਿ ਮਨੁੱਖਾ ਜਨਮ ਮਿਲਿਆ, ਚੰਗੇ ਕੰਮ ਕਰੋ ਤੇ ਯਾਰ ਚਲੇ ਤੇ ਜਾਣਾ ਹੀ ਹੈ, ਮਗਰੋਂ ਲੋਕ ਕੁਝ ਚੰਗਾ ਕਹਿਣ, ਕੋਈ ਮਾੜਾ ਨਾ ਕਹੇ। ਲੇਕਿਨ ਕਈ ਬੰਦਿਆਂ ਦਾ ਸੱਚ ਕੀ ਹੈ? ਉਹਨਾਂ ਦਾ ਸੱਚ ਇਹ ਹੈ ਕਿ ਮੁੜ ਕੇ ਦੇਖਣ ਆਉਣਾ, ਕੋਈ ਚੰਗਾ ਕਹੇ ਮਾੜਾ ਕਹੇ, ਇਸ ਗੱਲ ਤੋਂ ਕੀ ਲੈਣਾ? ਆਪਣੀ ਮਨਮਰਜ਼ੀ ਕਰੋ, ਜੋ ਦਿਲ ਆਉਂਦਾ ਕਰੋ, ਜੋ ਦਿਲ ਆਉਂਦਾ ਖਾਓ, ਜੋ ਦਿਲ ਆਉਂਦਾ ਪੀਓ, ਜੋ ਦਿਲ ਆਉਂਦਾ ਦੇਖੋ, ਜੋ ਦਿਲ ਆਉਂਦਾ ਬੋਲੋ, ਜੋ ਦਿਲ ਆਉਂਦਾ ਕਰੋ। ਜੇ ਦੁਨੀਆ ਦੇ ਭਾਣੇ ਮਾੜਾ ਹੈ, ਜੇ ਇਹ ਸੋਚਣ ਲੱਗ ਪਈਏ ਕਿ ਸਾਡੇ ਜਾਣ ਤੋਂ ਬਾਅਦ ਦੁਨੀਆ ਕੀ ਕਹੇਗੀ, ਉਹ ਕਹਿੰਦੇ ਲੈ ਇੱਥੇ ਮੁੜ ਕੇ ਦੇਖਣ ਆਉਣਾ, ਜੋ ਕਿਸੇ ਨੇ ਕਹਿਣਾ ਕਹੀ ਜਾਵੇ, ਕੀ ਫਰਕ ਪੈਣ ਲੱਗਾ, ਜਦੋਂ ਮਾਰ ਹੀ ਗਏ ਫਿਰ ਕੋਈ ਚੰਗਾ ਕਹੀ ਜਾਵੇ ਮਾੜਾ ਕਹੀ ਜਾਵੇ, ਇੱਥੇ ਦੇਖਣ ਆਉਣਾ। ਉਹਨਾਂ ਦਾ ਸੱਚ ਇਹ ਹੈ, ਉਹਨਾਂ ਨੂੰ ਇਹ ਗੱਲ ਸਮਝ ਲੱਗ ਗਈ, ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਬਹਿ ਗਈ ਹੈ। ਇਸ ਲਈ ਸਾਡੀ ਸਮਝ ਦੇ ਮੁਤਾਬਕ ਹੀ ਸਾਡਾ ਸੱਚ ਹੈ। ਜੋ ਗੱਲ ਸਾਡੇ ਦਿਲ ਦਿਮਾਗ ਦੇ ਵਿੱਚ ਬਹਿ ਗਈ, ਸਾਡੇ ਹਿਸਾਬ ਨਾਲ ਉਹੀ ਸੱਚ ਹੈ। ਅਸੀਂ ਕਈ ਵਾਰ ਕੋਈ ਗੱਲ ਕਰਦੇ ਹਾਂ ਤੇ ਸਾਨੂੰ ਉਹਦੇ ਤੇ ਹੁੰਦਾ ਕਿ ਮੈਂ ਬੜੀ ਸੱਚੀ ਗੱਲ ਕਰਦਾ ਹਾਂ, ਸਾਡੇ ਹਿਸਾਬ ਨਾਲ ਉਹੀ ਸੱਚ ਹੁੰਦਾ ਹੈ। ਪਰ ਅਸਲੀ ਸੱਚ ਕੀ ਹੈ? ਅਸਲੀ ਸੱਚ ਹੈ ਜੋ ਗੁਰਬਾਣੀ ਸਾਨੂੰ ਦੱਸਦੀ ਹੈ। ਜੇ ਤੇ ਸਾਡਾ ਸੱਚ ਗੁਰਬਾਣੀ ਦੇ ਅਨੁਸਾਰ ਹੈ, ਫਿਰ ਤੇ ਵਾਕਈ ਅਸੀਂ ਸੱਚ ਬੋਲਦੇ ਹਾਂ। ਤੇ ਜੇ ਸਾਡਾ ਸੱਚ ਗੁਰਬਾਣੀ ਤੋਂ ਉਲਟ ਹੈ, ਫਿਰ ਉਹ ਸੱਚ ਨਹੀਂ ਹੈ, ਫਿਰ ਉਹ ਝੂਠ ਹੈ, ਫਿਰ ਉਹ ਸੱਚ ਨਹੀਂ ਹੈ। ਸੱਚ ਦੀ ਕਸਵੱਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਹ ਬਾਣੀ ਸੱਚ ਦੀ ਕਸਵੱਟੀ ਹੈ। ਜੇ ਤੇ ਇਸ ਕਸਵੱਟੀ ਤੇ ਸਾਡਾ ਸੱਚ ਖਰਾ ਉਤਰਦਾ ਤੇ ਸੱਚ ਹੈ, ਨਹੀਂ ਤੇ ਸੱਚ ਨਹੀਂ ਹੈ। ਬਾਬਾ ਕਬੀਰ ਜੀ ਦੇ ਬਚਨ ਤੁਸੀਂ ਕਈ ਵਾਰ ਸਰਵਣ ਕੀਤੇ ਹੋਣਗੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ। ਇਹ ਰੱਬ ਦੀ ਕਸੌਟੀ ਹੈ, ਇਹ ਬਾਣੀ ਰਾਮ ਦੀ ਕਸੌਟੀ ਹੈ। ਇੱਥੇ ਝੂਠਾ ਨਹੀਂ ਟਿਕ ਸਕਦਾ। ਜੇ ਸਾਡੀ ਗੱਲ ਵਿੱਚ ਝੂਠ ਹੈ ਨਾ, ਉਹ ਗੁਰਬਾਣੀ ਦੇ ਅੱਗੇ ਟਿਕੇਗੀ ਨਹੀਂ। ਇਸੇ ਕਰਕੇ ਕਈ ਵਾਰ ਕਈ ਬੰਦੇ ਗੱਲ ਕਰਨਗੇ ਤੇ ਉਹਨਾਂ ਨੂੰ ਜਦੋਂ ਕਹੀਦਾ ਕਿ ਯਾਰ ਬਾਣੀ ਤੇ ਇੱਦਾਂ ਕਹਿੰਦੀ ਹੈ, ਉਹ ਮੋਰਿਓ ਕਹਿਣਗੇ ਨਹੀਂ ਬਾਣੀ ਤੇ ਕਹਿੰਦੀ ਹੈ ਪਰ ਫਿਰ ਇੱਦਾਂ ਵੀ ਤਾਂ ਹੈਗਾ ਹੀ ਹੈ ਨਾ, ਬਾਣੀ ਤੇ ਕਹਿੰਦੀ ਇੱਦਾਂ ਵੀ ਤਾਂ ਹੈਗਾ ਹੀ ਨਾ। ਲੈ ਮਤਲਬ ਕਿ ਬਾਣੀ ਦੀ ਗੱਲ ਨਹੀਂ ਮੰਨਣੀ, ਆਪਣੀ ਗੱਲ ਮਨਾਉਣੀ ਹੈ। ਵੀ ਚਲੋ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਬਾਣੀ ਗਲਤ ਹੈ, ਇੰਨੀ ਹਿੰਮਤ ਤੇ ਹੈ ਨਹੀਂ, ਪਰ ਆਪਣੀ ਗੱਲ ਵੀ ਨਹੀਂ ਛੱਡਣੀ, ਆਪਣੀ ਗੱਲ ਵੀ ਨਹੀਂ ਛੱਡਣੀ। ਨਹੀਂ ਸਾਡੇ ਬਾਬੇ ਇੱਦਾਂ ਕਹਿੰਦੇ ਹੁੰਦੇ ਸੀ, ਫਿਰ ਇਹਦਾ ਮਤਲਬ ਝੂਠ ਬੋਲਦੇ ਸੀ। ਉਹ ਚਾਹੇ ਬਾਬੇ ਕਹਿੰਦੇ ਸੀ ਚਾਹੇ ਨਹੀਂ ਕਹਿੰਦੇ ਸੀ, ਚੱਕਰ 'ਚ ਪੈਣ ਦੀ ਕੀ ਲੋੜ ਹੈ? ਜੋ ਸਾਡੇ ਗੁਰੂ ਸਾਹਿਬ ਕਹਿ ਰਹੇ ਨੇ ਅਸੀਂ ਉਹਨੂੰ ਮੰਨਣਾ ਹੈ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ, ਜੋ ਬਾਣੀ ਕਹਿ ਰਹੀ ਹੈ ਸੱਚ ਉਹ ਹੈ। ਜੋ ਗੁਰਬਾਣੀ ਤੋਂ ਉਲਟ ਹੈ, ਭਾਵੇਂ ਕੋਈ ਵੀ ਕਹਿ ਰਿਹਾ ਹੋਵੇ, ਉਹ ਸਭ ਝੂਠ ਹੈ। ਜੋ ਸਤਿਗੁਰੂ ਕਹਿੰਦਾ ਹੈ ਬਸ ਉਹ ਸੱਚ ਹੈ। ਸਤਿਗੁਰੂ ਤੋਂ ਬਿਨਾਂ ਬਾਕੀ ਜੋ ਕੁਝ ਵੀ ਹੈ ਉਹ ਸਭ ਝੂਠ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਦਾ ਅਰਥ ਕੀ ਹੈ? ਇਹਦੇ ਵਿੱਚ ਨਿਰੋਧ ਸੱਚ ਹੈ। ਤੇ ਸੱਚ ਦਾ ਅਰਥ ਹੁੰਦਾ ਹੈ ਜੋ ਚੀਜ਼ ਬਦਲੇ ਨਾ। ਸੱਚ ਦਾ ਅਰਥ ਕੀ ਹੁੰਦਾ ਹੈ ਜੀ? ਜੋ ਚੀਜ਼ ਬਦਲੇ ਨਾ, ਇੱਕ ਰਸ ਟਿਕੀ ਰਹੇ।
ਉਹਨੂੰ ਕਹਿੰਦੇ ਨੇ ਸੱਚ। ਉਦਾਹਰਨ ਵਜੋਂ ਸਾਡਾ ਸਰੀਰ ਇਹ ਸੱਚ ਨਹੀਂ ਹੈ, ਕਿਉਂਕਿ ਬਦਲਦਾ ਹੈ। ਪਹਿਲੇ ਮਾਤਾ ਦੀ ਕੁੱਖ ਵਿੱਚ ਸੀ, ਫਿਰ ਇਹ ਬਚਪਨ ਵਿੱਚ ਆਇਆ, ਫਿਰ ਇਹ ਜਵਾਨੀ ਵਿੱਚ ਆਇਆ, ਫਿਰ ਇਹ ਬੁਢੇਪੇ ਵਿੱਚ ਆਇਆ, ਤੇ ਆਖਰ ਨੂੰ ਖਤਮ ਹੋ ਗਿਆ। ਇਹ ਸੱਚ ਨਹੀਂ ਹੈ, ਸਾਡਾ ਸਰੀਰ ਸੱਚ ਨਹੀਂ, ਕਿਉਂਕਿ ਬਦਲਦਾ ਹੈ। ਲੇਕਿਨ ਇਸ ਸਰੀਰ ਦੇ ਅੰਦਰ ਜੋ ਆਤਮਾ ਹੈ ਉਹ ਸੱਚ ਹੈ, ਉਹ ਬਦਲਦੀ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਬੜੇ ਸੁੰਦਰ ਬਚਨ ਨੇ। ਹਜ਼ੂਰ ਕਹਿੰਦੇ ਨੇ ਇਹ ਸਰੀਰ ਮਿਥਿਆ ਹੈ, ਪਰ ਇਹਦੇ ਅੰਦਰ ਜੋ ਵਸਦਾ ਰਾਮ ਹੈ, ਇਹਦੇ ਅੰਦਰ ਜੋ ਵਸਦਾ ਪ੍ਰਮਾਤਮਾ ਹੈ ਉਹ ਸੱਤ ਹੈ। ਇਹ ਸਰੀਰ ਝੂਠਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਵਸਤ ਹੈ, ਸੱਚੋ ਤਾਹੇ ਪਛਾਨੋ। ਜੋ ਇਹਦੇ ਅੰਦਰ ਵਸਦਾ ਹੈ ਉਹ ਹੈ ਸੱਚ। ਇਹ ਮੰਦਰ ਮੈਂ ਕੌਣ ਵਸਾਈ, ਤਾਕਾ ਅੰਤ ਨਾ ਕੋ ਉਪਾਈ। ਇਸ ਮੰਦਰ ਦੇ ਵਿੱਚ, ਇਸ ਸਰੀਰ ਵਿੱਚ ਕੌਣ ਰਹਿੰਦਾ ਹੈ? ਉਹ ਬਦਲਦਾ ਨਹੀਂ ਹੈ, ਉਹ ਇੱਕ ਰਸ ਰਹਿੰਦਾ ਹੈ, ਨਿਰੰਤਰ ਇੱਕ ਰਸ ਚੱਲਦਾ ਹੈ। ਸਰੀਰ ਝੂਠ ਹੈ, ਸਰੀਰ ਦੇ ਅੰਦਰ ਜੋ ਵਸਦੀ ਪਰਮਾਤਮਾ ਦੀ ਜੋਤ ਹੈ ਉਹ ਸੱਚ ਹੈ। ਇਸ ਲਈ ਝੂਠ ਦਾ ਅਰਥ ਹੁੰਦਾ ਜੋ ਬਦਲੇ, ਜੋ ਟਿਕਿਆ ਹੋਇਆ ਨਹੀਂ ਹੈ। ਇਸੇ ਲਈ ਅਸੀਂ ਕਹਿ ਦਿੰਦੇ ਹਾਂ ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਬੋਲਣਾ ਪੈਂਦਾ, ਕਿਉਂਕਿ ਝੂਠ ਦੇ ਪੈਰ ਨਹੀਂ ਨਾ ਹੁੰਦੇ। ਕਿਤੇ ਨਾ ਕਿਤੇ ਜਾ ਕੇ, ਕਿਤੇ ਨਾ ਕਿਤੇ ਜਾ ਕੇ ਝੂਠਾ ਬੰਦਾ ਥਿੜਕ ਜਾਂਦਾ, ਪਰ ਜੋ ਸੱਚ ਹੈ ਉਹ ਟਿਕਿਆ ਰਹਿੰਦਾ ਹੈ। ਝੂਠ ਬਦਲਦਾ ਹੈ, ਸੱਚ ਕਦੇ ਬਦਲਦਾ ਨਹੀਂ ਹੈ। ਇਹ ਗੁਰਬਾਣੀ ਇਹ ਸੱਚ ਹੈ। ਜੋ ਅੱਜ ਤੋਂ 500 ਸਾਲ ਪਹਿਲੇ, 550 ਸਾਲ ਪਹਿਲੇ ਸੀ, ਉਹੀ ਅੱਜ ਅਗਾਂਹ ਵੀ ਇਹ ਸੱਚ ਰਹਿਣੀ ਹੈ। ਇਹਨੂੰ ਕੋਈ ਬਦਲ ਨਹੀਂ ਸਕਦਾ, ਗੁਰਬਾਣੀ ਨੂੰ ਕੋਈ ਬਦਲ ਨਹੀਂ ਸਕਦਾ। ਵਿਗਿਆਨ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ, ਕਦੇ ਇਹ ਨਹੀਂ ਕਹਿ ਸਕੇਗੀ ਕਿ ਇਹ ਗੱਲ ਗੁਰਬਾਣੀ ਦੀ ਵਿਗਿਆਨ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਸਗੋਂ ਵਿਗਿਆਨ ਵੀ ਇਸ ਗੁਰਬਾਣੀ ਦੀ ਸੇਧ ਵਿੱਚ ਚੱਲਦੀ ਹੈ। ਸਗੋਂ ਵਿਗਿਆਨ ਵੀ ਇਸ ਗੁਰਬਾਣੀ ਤੋਂ ਸੇਧ ਲੈ ਕੇ ਚੱਲਦੀ ਹੈ ਕਿ ਹੈ ਜੋ ਅੱਜ ਅਸੀਂ ਖੋਜਾਂ ਕਰ ਰਹੇ ਹਾਂ, ਇਹ ਤੇ ਗੁਰਬਾਣੀ ਨੇ ਪਹਿਲਾਂ ਹੀ 500 ਸਾਲ ਕਹਿ ਦਿੱਤਾ, ਇਹ ਤੇ ਸਾਰਾ ਕੁਝ ਪਹਿਲਾਂ ਹੀ ਕਹਿ ਦਿੱਤਾ। ਇਸ ਲਈ ਗੁਰਬਾਣੀ ਇਸ ਨੂੰ ਕਦੇ ਦੁਨੀਆ ਦੀ ਕੋਈ ਤਾਕਤ ਝੂਠ ਸਾਬਤ ਕਰ ਹੀ ਨਹੀਂ ਸਕਦੀ। ਇਹ ਬਦਲਦੀ ਨਹੀਂ ਹੈ। ਇੱਕ ਰਸ ਚਾਹੋ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ। ਔਰ ਸੱਚ ਦਾ ਦੂਸਰਾ ਅਰਥ ਹੁੰਦਾ ਹੈ ਜੋ ਸਾਰਿਆਂ ਤੇ ਲਾਗੂ ਹੋਵੇ। ਸੱਚ ਦਾ ਅਰਥ ਇਹ ਨਹੀਂ ਕਿ ਇਹ ਚੀਜ਼ ਮੇਰੇ ਤੇ ਲਾਗੂ ਪਰ ਦੂਸਰੇ ਤੇ ਨਹੀਂ, ਇਸ ਤਰ੍ਹਾਂ ਨਹੀਂ। ਸੱਚ ਸਾਰਿਆਂ ਤੇ ਲਾਗੂ ਹੁੰਦਾ ਹੈ। ਜਿਹੜਾ ਸਾਰਿਆਂ ਤੇ ਲਾਗੂ ਨਾ ਹੋਵੇ ਉਹ ਸੱਚ ਨਹੀਂ ਹੁੰਦਾ। ਸੱਚ ਸਾਰਿਆਂ ਤੇ ਲਾਗੂ ਹੁੰਦਾ। ਉਹੀ ਕਾਨੂੰਨ ਸੱਚਾ ਹੈ ਜਿਹੜਾ ਕਾਨੂੰਨ ਸਾਰਿਆਂ ਤੇ ਲਾਗੂ ਹੋਵੇ। ਭੁੱਖ ਸੱਚ ਹੈ, ਇਹ ਗਰੀਬ ਨੂੰ ਵੀ ਲੱਗਦੀ ਹੈ, ਇਹ ਅਮੀਰ ਨੂੰ ਵੀ ਲੱਗਦੀ ਹੈ, ਇਹ ਬਾਦਸ਼ਾਹ ਨੂੰ ਵੀ ਲੱਗਦੀ ਹੈ, ਇਹ ਭਿਖਾਰੀ ਨੂੰ ਵੀ ਲੱਗਦੀ ਹੈ। ਪਿਆਸ ਸੱਚ ਹੈ, ਇਸ ਲਈ ਸਾਰਿਆਂ ਨੂੰ ਲੱਗਦੀ ਹੈ। ਇਹ ਮੂਰਖ ਨੂੰ ਵੀ ਲੱਗਦੀ, ਪੜ੍ਹੇ ਲਿਖੇ ਨੂੰ ਵੀ ਲੱਗਦੀ, ਸਾਰਿਆਂ ਨੂੰ। ਨੀਂਦ ਇਹ ਸੱਚ ਹੈ, ਇਹ ਸਾਰਿਆਂ ਨੂੰ ਆਉਂਦੀ, ਚਾਹੇ ਕੋਈ ਗਰੀਬ ਹੋਵੇ, ਚਾਹੇ ਅਮੀਰ ਹੋਵੇ, ਚਾਹੇ ਕੋਈ ਰਾਜਾ ਮਹਾਰਾਜਾ ਹੋਵੇ, ਸਾਰਿਆਂ ਨੂੰ ਆਉਂਦੀ ਹੈ, ਕਿਉਂਕਿ ਸੱਚ ਇਹ ਹੈ। ਸੱਚ ਦਾ ਅਰਥ ਹੁੰਦਾ ਜੋ ਬਦਲੇ ਨਾ। ਸੱਚ ਦਾ ਅਰਥ ਹੁੰਦਾ ਜੋ ਸਾਰਿਆਂ ਤੇ ਪੱਕਾ ਹੋਵੇ। ਨੀਂਦ ਬਦਲਦੀ ਨਹੀਂ ਹੈ ਕਿ ਪਹਿਲਾਂ ਲੋਕਾਂ ਨੂੰ ਕੁਝ ਹੋਰ ਹੁੰਦਾ ਸੀ, ਹੁਣ ਨੀਂਦ ਆਉਣ ਲੱਗ ਪਈ ਤੇ ਨੀਂਦ ਦੀ ਥਾਂ ਤੇ ਹੋਰ 100 ਸਾਲ ਬਾਅਦ ਕੁਝ ਹੋਰ ਆ ਜਾਏਗਾ। ਨਾ, ਇਹ ਇੱਦਾਂ ਹੀ ਰਹਿਣਾ। ਇਹ ਨਹੀਂ ਕਿ ਪਹਿਲਾਂ ਭੁੱਖ ਨਹੀਂ ਸੀ ਲੱਗਦੀ ਹੁੰਦੀ, ਪਹਿਲਾਂ ਕੁਝ ਹੋਰ ਲੱਗਦਾ ਹੁੰਦਾ ਸੀ ਤੇ ਹੁਣ ਭੁੱਖ ਲੱਗਣ ਲੱਗ ਪਈ। ਨਾ, ਇੱਦਾਂ ਨਹੀਂ। ਜਦੋਂ ਦਾ ਮਨੁੱਖ ਬਣਿਆ ਉਦੋਂ ਦੀ ਭੁੱਖ ਲੱਗਦੀ ਹੈ, ਹੁਣ ਵੀ ਲੱਗਦੀ ਹੈ, ਅਗਾਂਹ ਵੀ ਲੱਗੇਗੀ, ਤੇ ਸਾਰਿਆਂ ਨੂੰ ਲੱਗਦੀ ਹੈ। ਇਸ ਲਈ ਸੱਚ ਦਾ ਅਰਥ ਹੁੰਦਾ ਜੋ ਬਦਲੇ ਨਾ। ਸੱਚ ਦਾ ਅਰਥ ਹੁੰਦਾ ਜੋ ਸਾਰਿਆਂ ਦੇ ਉੱਪਰ ਲਾਗੂ ਹੋਵੇ। ਤੇ ਸੱਚ ਦਾ ਤੀਸਰਾ ਅਰਥ ਹੁੰਦਾ ਜੋ ਹਰ ਥਾਂ ਤੇ ਲਾਗੂ ਹੋਵੇ, ਸਥਾਨ ਦੇ ਨਾਲ ਵੀ ਬਦਲੇ ਨਾ। ਉਹ ਸੱਚ ਹੁੰਦਾ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਸਾਨੂੰ ਨੀਂਦ ਆਵੇਗੀ, ਉੱਥੇ ਸਾਨੂੰ ਭੁੱਖ ਲੱਗੇਗੀ, ਉੱਥੇ ਸਾਨੂੰ ਪਿਆਸ ਲੱਗੇਗੀ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ ਉੱਥੇ ਬਸਤਰ ਪਹਿਨਾਂਗੇ, ਕੱਪੜਾ ਪਹਿਨਾਂਗੇ। ਸੱਚ ਇਹ ਹੈ। ਇਸ ਲਈ ਸੱਚ ਸਰਬਕਾਲੀ ਹੁੰਦਾ ਹੈ, ਸੱਚ ਸਰਬਦੀਸੀ ਹੁੰਦਾ ਹੈ, ਸੱਚ ਸਰਬ ਸਾਂਝਾ ਹੁੰਦਾ ਹੈ।
ਗੁਰਬਾਣੀ ਸਰਬਕਾਲੀ ਹੈ, ਸਰਬ ਸਾਂਝੀ ਹੈ, ਸਰਬਦੇਸੀ ਹੈ। ਇਹ ਗੁਰਬਾਣੀ ਕਦੇ ਬਦਲਦੀ ਨਹੀਂ। ਇਹ ਗੁਰਬਾਣੀ ਸਾਰਿਆਂ ਨੂੰ ਇੱਕ ਜੈਸਾ ਉਪਦੇਸ਼ ਦਿੰਦੀ ਹੈ। ਜਿੱਥੇ ਮਰਜ਼ੀ ਚਲੇ ਜਾਓ, ਇਸ ਬਾਣੀ ਦੀ ਸਚਾਈ ਬਰਕਰਾਰ ਰਹਿੰਦੀ ਹੈ, ਬਰਕਰਾਰ ਰਹਿੰਦੀ ਹੈ। ਇਸ ਲਈ ਸਾਡਾ ਸੱਚ ਤਾਂ ਹੀ ਸੱਚ ਹੈ ਜੋ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਹੈ। ਜੇ ਸਾਡਾ ਸੱਚ ਗੁਰਬਾਣੀ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ, ਗੁਰਬਾਣੀ ਸਾਡੀ ਗੱਲ ਨੂੰ ਕੱਟਦੀ ਹੈ, ਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਗਲਤ ਹਾਂ। ਗੁਰਬਾਣੀ ਸਾਨੂੰ ਸਹੀ ਸੇਧ ਦੇ ਰਹੀ ਹੈ, ਸਹੀ ਗੱਲ ਸਮਝਾ ਰਹੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਸੱਚ ਰਤੇ ਸੇ ਟੋੜ ਲਾਓ। ਜਿਹੜੇ ਸੱਚ ਵਿੱਚ ਰਤੇ ਨੇ, ਜਿਨ੍ਹਾਂ ਨੂੰ ਸਚਾਈ ਸਮਝ ਪੈ ਗਈ, ਜਿਹੜੇ ਗੁਰਬਾਣੀ ਦੀ ਕਸਵੱਟੀ ਤੇ ਖਰੇ ਉਤਰਦੇ ਨੇ, ਭਾਈ ਉਹ ਲੱਭੋ। ਤੇ ਸਾਹਿਬ ਕਹਿੰਦੇ ਨੇ ਸੇ ਵਿਰਲੇ ਸੰਸਾਰ, ਉਹ ਸੰਸਾਰ ਵਿੱਚ ਵਿਰਲੇ ਨੇ, ਥੋੜੇ ਨੇ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ। ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ। ਕਿਉਂਕਿ ਉਹਨਾਂ ਸੱਚ ਰਤਿਆਂ ਦੇ ਨਾਲ ਮਿਲਿਆ ਹੀ ਪ੍ਰਮਾਤਮਾ ਦਾ ਨਾਮ ਜਪ ਕੇ ਮੁਖੜਾ ਉਜਲਾ ਹੁੰਦਾ ਹੈ। ਝੂਠਿਆਂ ਨਾਲ ਮਿਲਿਆ ਮੁਖੜਾ ਉਜਲਾ ਨਹੀਂ ਹੁੰਦਾ। ਝੂਠਿਆਂ ਦੀ ਸੰਗਤ ਕਰਾਂਗੇ, ਬੁਰਿਆਂ ਦੀ ਸੰਗਤ ਕਰਾਂਗੇ, ਸ਼ਰਮਸ਼ਾਰ ਹੋਣਾ ਪੈਂਦਾ ਹੈ, ਇੱਜ਼ਤ ਨੂੰ ਘਾਟਾ ਪੈਂਦਾ ਹੈ। ਤਿਤ ਮਾਨ ਮਹਤ ਜਸ ਘਟ ਹੈ, ਮਾਣ ਘਟਦਾ ਹੈ, ਮਹੱਤਤਾ ਘਟਦੀ ਹੈ, ਜਸ ਘਟਦਾ ਹੈ। ਲੇਕਿਨ ਜਿਹੜੇ ਸੱਚ ਦੇ ਵਿੱਚ ਰਤੇ ਹੋਏ ਨੇ, ਪ੍ਰਮਾਤਮਾ ਦੇ ਪਿਆਰੇ ਗੁਰਸਿੱਖ, ਉਹਨਾਂ ਦੀ ਸੰਗਤ ਕੀਤਿਆਂ ਮਾਣ ਵੱਧਦਾ ਹੈ, ਸਤਿਕਾਰ ਵੱਧਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਹਨ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਭਾਈ ਮੁਖੜਾ ਉਜਲਾ ਹੁੰਦਾ ਹੈ। ਪ੍ਰਮਾਤਮਾ ਦੀ ਹਜ਼ੂਰੀ ਵਿੱਚ ਵੀ ਮੁਖੜਾ ਉਜਲਾ ਹੁੰਦਾ ਹੈ। ਗੁਰਮੁਖ ਸੱਚ ਵਿੱਚ ਰਤੇ ਨੇ। ਸਾਹਿਬ ਕਹਿੰਦੇ ਨੇ ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਤ ਹੀ ਅਨਦਿਨ ਸੱਚ ਕਹਿ ਦਿਨ ਰਾਤੀ, ਅਵਰਾ ਸੱਚ ਕਹਾਏਗਾ। ਉਹਨਾਂ ਦੇ ਬੋਲਾਂ ਵਿੱਚ ਸੱਚ, ਉਹਨਾਂ ਦੇ ਨੇਤਰਾਂ ਵਿੱਚ ਸੱਚ, ਉਹਨਾਂ ਦੀ ਜ਼ੁਬਾਨ ਤੇ ਸੱਚ, ਉਹ ਰਾਤ ਦਿਨ ਸੱਚ ਵਿੱਚ ਜੁੜੇ ਰਹਿੰਦੇ ਹਨ। ਤੇ ਦੂਸਰਿਆਂ ਨੂੰ ਵੀ ਸੱਚ ਦਾ ਹੀ ਉਪਦੇਸ਼ ਦਿੰਦੇ ਨੇ, ਦੂਸਰਿਆਂ ਨੂੰ ਵੀ ਸੱਚ ਵਾਸਤੇ ਹੀ ਪ੍ਰੇਰਨਾ ਕਰਦੇ ਹਨ। ਉਹਨਾਂ ਦੇ ਜੀਵਨ ਵਿੱਚ ਐਸਾ ਸੱਚ ਹੋ ਜਾਂਦਾ ਹੈ। ਲੇਕਿਨ ਮਨੁੱਖ ਇੰਨਾ ਕੂੜ ਵਿੱਚ ਗ੍ਰਸ ਚੁੱਕਾ, ਸੱਚ ਇਸ ਨੂੰ ਚੰਗਾ ਨਹੀਂ ਲੱਗਦਾ। ਇਹ ਕੂੜ ਦੇ ਵਿੱਚ ਇੰਨਾ ਫਸ ਚੁੱਕਾ, ਸੱਚ ਇਸ ਨੂੰ ਚੰਗਾ ਨਹੀਂ ਲੱਗਦਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕੂੜਿਆਰੀ ਰਜੈ ਕੂੜ ਜੋ ਬਿਸ਼ਟਾ ਕਾਗ ਖਾਵੇ। ਸਤਿਗੁਰੂ ਜੀ ਕਹਿੰਦੇ ਨੇ ਕੂੜ ਰੂਪੀ ਗੰਦਗੀ ਦੇ ਵਿੱਚ ਇਹ ਮਨੁੱਖ ਜਿਹੜਾ ਹੈ ਇਹ ਲੱਗ ਚੁੱਕਾ ਹੈ। ਜਿਵੇਂ ਕਾਂ ਨੂੰ ਅਸੀਂ ਚਾਹੇ ਦਹੀਂ ਪਾਈਏ, ਚਾਹੇ ਦੁੱਧ ਪਾਈਏ, ਮੱਖਣ ਪਾਈਏ, ਪਰ ਜਿੰਨਾ ਚਿਰ ਉਹ ਗੰਦਗੀ ਵਿੱਚ, ਬਿਸ਼ਟਾ ਵਿੱਚ ਚੁੰਝ ਨਹੀਂ ਮਾਰ ਲੈਂਦਾ, ਉਨਾ ਚਿਰ ਉਹਨੂੰ ਤਸੱਲੀ ਨਹੀਂ ਆਉਂਦੀ, ਉਨਾ ਚਿਰ ਉਹਨੂੰ ਧੀਰਜਤਾ ਨਹੀਂ ਆਉਂਦੀ। ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਦਾ ਸੁਭਾਅ ਵੀ, ਝੂਠ ਵਿੱਚ ਲੱਗੇ ਹੋਏ ਮਨੁੱਖ ਦਾ ਸੁਭਾਅ ਵੀ ਉਸ ਕਾਂ ਵਰਗਾ ਬਣ ਗਿਆ ਹੈ। ਕਊਆ ਕਾ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟੈ ਖਾਏ ਮੁਖ ਗੋ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਕੂੜ ਵਿੱਚ ਲੱਗ ਗਿਆ, ਜਿਵੇਂ ਝੂਠ ਦੇਖਣ ਦੀ ਆਦਤ ਪੈ ਜਾਏ, ਝੂਠ ਸੁਣਨ ਦੀ ਆਦਤ ਪੈ ਜਾਏ, ਝੂਠ ਬੋਲਣ ਦੀ ਆਦਤ ਪੈ ਜਾਏ, ਜਿਸ ਬੰਦੇ ਦੇ ਕਰਮ ਦੇ ਪਿੱਛੇ ਵੀ ਝੂਠ ਹੋਵੇ, ਦਿਸਦਾ ਹੋਵੇ ਧਰਮ ਦਾ ਕਰਮ ਤੇ ਹੋਵੇ ਉਹਦੇ ਪਿੱਛੇ ਵੀ ਝੂਠ, ਤੇ ਸਤਿਗੁਰੂ ਕਹਿੰਦੇ ਨੇ ਉਸ ਨੂੰ ਸੱਚ ਫਿਰ ਚੰਗਾ ਨਹੀਂ ਲੱਗਦਾ, ਉਸ ਨੂੰ ਸੱਚ ਠੀਕ ਨਹੀਂ ਲੱਗਦਾ। ਅਸੀਂ ਜਿੰਨੀ ਰੁਚੀ ਨਾਲ ਅਸ਼ਲੀਲ ਗਾਣੇ ਸੁਣਦੇ ਹਾਂ, ਅਸੀਂ ਜਿੰਨੀ ਰੁਚੀ ਦੇ ਨਾਲ ਜਿਨ੍ਹਾਂ ਨੂੰ ਪੰਜਾਬੀ ਗਾਣੇ ਕਹਿ ਦਿੰਦੇ ਨੇ, ਜਿਨ੍ਹਾਂ ਵਿੱਚ ਨਿਰਾ ਹੀ ਗੰਦ ਹੁੰਦਾ, ਨਾ ਕੋਈ ਗੱਲ ਨਾ ਕੋਈ ਬਾਤ, ਐਵੇਂ ਬਕਵਾਸ, ਜਿੰਨੀ ਰੁਚੀ ਨਾਲ ਅਸੀਂ ਉਹ ਸੁਣਦੇ ਹਾਂ, ਉਨੀ ਰੁਚੀ ਨਾਲ ਅਸੀਂ ਗੁਰਬਾਣੀ ਦਾ ਕੀਰਤਨ ਨਹੀਂ ਸੁਣਦੇ। ਅਸੀਂ ਜਿੰਨੀ ਰੁਚੀ ਦੇ ਨਾਲ ਨਾਵਲ ਪੜ੍ਹ ਸਕਦੇ ਹਾਂ, ਉਨੀ ਰੁਚੀ ਨਾਲ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਅਸੀਂ ਜਿੰਨੀ ਰੁਚੀ ਦੇ ਨਾਲ ਮਨਮੁਖਾਂ ਦੀ ਸੰਗਤ ਵਿੱਚ ਬੈਠਦੇ ਹਾਂ, ਨਿੰਦਿਆ ਕਰਨ ਵਾਲਿਆਂ ਦੇ ਵਿੱਚ ਬੈਠਦੇ ਹਾਂ, ਉਨੀ ਰੁਚੀ ਦੇ ਨਾਲ, ਉਨੀ ਤਵੱਜੋ ਦੇ ਨਾਲ ਅਸੀਂ ਕਥਾ ਕੀਰਤਨ ਨਹੀਂ ਸੁਣ ਸਕਦੇ। ਸਤ ਸੰਗਤ ਵਿੱਚ ਅਸੀਂ ਨਹੀਂ ਬੈਠ ਸਕਦੇ, ਕਿਉਂਕਿ ਸਾਡੇ ਜੀਵਨ ਵਿੱਚ ਕੂੜ ਇੰਨਾ ਭਾਰੂ ਹੋ ਚੁੱਕਾ ਹੈ, ਸਾਡੇ ਜੀਵਨ ਵਿੱਚ ਕੂੜ ਇੰਨਾ ਆ ਚੁੱਕਾ ਹੈ। ਅਸੀਂ 3 ਘੰਟੇ ਫਿਲਮ ਦੇਖਦੇ ਹਾਂ, ਉੱਥੇ ਸਾਰਾ ਕੂੜ ਹੁੰਦਾ ਹੈ, ਸਭ ਝੂਠ। ਸਾਨੂੰ ਪਤਾ ਵੀ ਹੁੰਦਾ ਹੈ ਕਿ ਫਿਲਮ ਵਿੱਚ ਜਿਹੜਾ ਬੰਦਾ ਮਰਿਆ ਮਰਿਆ ਨਹੀਂ, ਇਹ ਸਿਰਫ ਇੱਕ ਐਕਟਿੰਗ ਕੀਤੀ ਹੈ ਮਰਨ ਦੀ, ਸਾਨੂੰ ਪਤਾ ਹੁੰਦਾ ਹੈ। ਸਾਨੂੰ ਵੀ ਪਤਾ ਹੁੰਦਾ ਕਿ ਇਸ ਫਿਲਮ ਦੇ ਵਿੱਚ ਜਿਹੜਾ ਜੰਮਿਆ ਹੈ ਉਹ ਜੰਮਿਆ ਨਹੀਂ, ਸਿਰਫ ਜੰਮਣ ਦੀ ਐਕਟਿੰਗ ਕੀਤੀ ਜਾ ਰਹੀ ਹੈ, ਪਤਾ ਹੁੰਦਾ ਸਾਨੂੰ। ਸਾਨੂੰ ਵੀ ਪਤਾ ਹੁੰਦਾ ਕਿ ਇਸ ਫਿਲਮ ਦੇ ਵਿੱਚ ਜਿਹਨੂੰ ਕੁੱਟ ਰਹੇ ਨੇ ਉਹ ਨਹੀਂ ਕੁੱਟ ਰਹੇ, ਉਹ ਐਕਟਿੰਗ ਕਰ ਰਹੇ ਨੇ। ਜਿਹੜਾ ਰੋ ਰਿਹਾ ਉਹ ਨਹੀਂ ਰੋ ਰਿਹਾ, ਉਹ ਐਕਟਿੰਗ ਕਰ ਰਿਹਾ। ਸਾਨੂੰ ਪਤਾ ਹੁੰਦਾ ਸਭ ਝੂਠ ਹੈ,
ਲੇਕਿਨ ਅਸੀਂ ਫਿਰ ਵੀ 3 ਘੰਟੇ ਬੈਠੇ ਚੁੱਪ ਕਰਕੇ ਦੇਖਦੇ ਹਾਂ, ਐਂ ਟਿਕ ਕੇ ਦੇਖਦੇ ਹਾਂ। ਮਜਾਲ ਕਿ ਉੱਚਾ ਸਾਹ ਵੀ ਕੋਈ ਲੈ ਜਾਵੇ, ਕਿਉਂਕਿ ਝੂਠ ਹੁੰਦਾ ਤੇ ਮਨ ਸਾਡਾ ਝੂਠ ਵਿੱਚ ਇੰਨਾ ਫਸ ਚੁੱਕਾ ਹੈ। ਇਹ ਝੂਠ ਦੇਖਣਾ ਚੰਗਾ ਸਮਝਦਾ, ਝੂਠ ਬੋਲਣਾ ਚੰਗਾ ਸਮਝਦਾ, ਝੂਠ ਸੁਣਨਾ ਚੰਗਾ ਸਮਝਦਾ। ਪਰ ਗੁਰਬਾਣੀ ਸੱਚ, ਸਤ ਸੰਗਤ ਸੱਚ, ਇਸ ਲਈ ਇਸ ਨੂੰ ਚੁੱਭਦੀ ਹੈ, ਇਸ ਨੂੰ ਠੀਕ ਨਹੀਂ ਲੱਗਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜੇ ਸੱਚ ਵਿੱਚ ਰਤੇ ਨੇ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਲੱਭ ਲਓ ਕਿਤੇ। ਹਾਂ, ਉਹ ਵਿਰਲੇ ਨੇ, ਪਰ ਉਹਨਾਂ ਦੀ ਸੰਗਤ ਵਿੱਚ ਜੁੜਿਆਂ ਪਰਮਾਤਮਾ ਦਾ ਨਾਮ ਜਪਿਆਂ ਹੀ ਮੁਖੜਾ ਉਜਲਾ ਹੋਣਾ ਹੈ, ਸਤਿਕਾਰ ਮਿਲਣਾ ਹੈ, ਜੀਵਨ ਉੱਚਾ ਸੁੱਚਾ ਹੋਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਉਹ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸੰਭਾਲ। ਉਸ ਮਾਲਕ ਤੇ ਵਿਸ਼ਵਾਸ ਬਣਾ ਕੇ ਰੱਖ, ਉਸ ਪ੍ਰਮਾਤਮਾ ਤੇ ਭਰੋਸਾ ਬਣਾ ਕੇ ਰੱਖ, ਉਸ ਤੇ ਯਕੀਨ ਬਣਾ ਕੇ ਰੱਖ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹਨ। ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵਖਰ ਭਾਲ। ਸਤਿਗੁਰੂ ਜੀ ਕਹਿੰਦੇ ਨੇ, ਆਪਣੇ ਸਤਿਗੁਰੂ ਨੂੰ ਪੁੱਛ ਕੇ ਦੇਖ ਲੈ, ਭਾਵ ਗੁਰਬਾਣੀ ਪੜ੍ਹ ਕੇ ਵਿਚਾਰ ਕਰਕੇ ਦੇਖ ਲੈ, ਤੈਨੂੰ ਇਹੀ ਗੱਲ ਸਮਝ ਪਏਗੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਤੈਨੂੰ ਭਾਈ ਵਿਸ਼ਵਾਸ ਨਹੀਂ ਤੇ ਤੂੰ ਆਪਣੇ ਸਤਿਗੁਰੂ ਨੂੰ ਪੁੱਛ ਲੈ। ਸਤਿਗੁਰੂ ਨੂੰ ਕਿਵੇਂ ਪੁੱਛਣਾ? ਜਦੋਂ ਅਸੀਂ ਬਾਣੀ ਪੜ੍ਹ ਰਹੇ ਹੋਈਏ ਪਿਆਰ ਨਾਲ, ਜਦੋਂ ਬਾਣੀ ਸੁਣ ਰਹੇ ਹੋਈਏ, ਬਾਣੀ ਦੀ ਵਿਚਾਰ ਕਰ ਰਹੇ ਹੋਈਏ, ਉਦੋਂ ਫਿਰ ਅਸੀਂ ਸਤਿਗੁਰੂ ਨੂੰ ਪੁੱਛ ਰਹੇ ਹੁੰਦੇ ਹਾਂ, ਮਾਲਕ ਜੀ ਸਾਡਾ ਆਹ ਸ਼ੰਕਾ ਨਿਵਰਤ ਕਰੋ, ਸਾਡੇ ਮਨ ਦਾ ਇਹ ਭਰਮ ਨਿਵਰਤ ਕਰੋ। ਉਦੋਂ ਅਸੀਂ ਪੁੱਛ ਰਹੇ ਹੁੰਦੇ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਜੇ ਮੇਰੇ ਤੇ ਵਿਸ਼ਵਾਸ ਨਹੀਂ, ਆਪਣੇ ਸਤਿਗੁਰੂ ਨੂੰ ਪੁੱਛ ਕੇ ਦੇਖ। ਤੇ ਸਤਿਗੁਰੂ ਦੇ ਪਾਸੋਂ ਉਹ ਜਿਹੜਾ ਸੱਚ ਦਾ ਵੱਖਰ ਹੈ ਉਹ ਲੱਭ ਲੈ, ਖੋਜ ਲੈ। ਇਸ ਤਰ੍ਹਾਂ ਕਿਰਪਾ ਕਰਦੇ ਨੇ। ਰਹਾਉ ਦੇ ਪਦ ਵਿੱਚ, ਇੱਕ ਸੱਚਾ ਸਭ ਸੇਵੰਦੀ, ਔਰ ਭਾਗ ਮਿਲਾਵਾ ਹੋਏ। ਸਾਹਿਬ ਕਹਿੰਦੇ ਨੇ, ਪਰਮਾਤਮਾ ਹੀ ਇੱਕ ਸੱਚਾ ਹੈ, ਇੱਕ ਸੱਚਾ ਸਭ ਸੇਵੰਦੀ। ਇੱਕ ਪਰਮਾਤਮਾ ਹੀ ਸੱਚ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਸੇਵੰਦੀ ਹੈ, ਭਾਵ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਚੱਲਦੀ ਹੈ। ਉਸ ਪਰਮਾਤਮਾ ਦੇ ਨਿਯਮ ਦੇ ਵਿੱਚ, ਬਣਾਈ ਮਰਜ਼ਾਦਾ ਦੇ ਵਿੱਚ, ਜਪ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸ ਦੀ ਵਿਆਖਿਆ ਵਿਸਥਾਰ ਨਾਲ ਕੀਤੀ ਹੋਈ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲੇਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਮਾਂ ਬਾਪ ਬੱਚਿਆਂ ਨੂੰ ਪੈਦਾ ਕਰਦੇ ਨੇ, ਹੋ ਸਕਦਾ ਉਹ ਬੱਚੇ ਮਾਂ ਬਾਪ ਦੇ ਹੁਕਮ ਤੋਂ ਆਕੀ ਹੋ ਜਾਣ, ਬਾਹਰ ਨਿਕਲ ਜਾਣ, ਹੋ ਸਕਦਾ। ਪਰ ਜਿਨ੍ਹਾਂ ਨੂੰ ਪਰਮਾਤਮਾ ਪੈਦਾ ਕਰਦਾ, ਉਹ ਕਦੇ ਪਰਮਾਤਮਾ ਤੋਂ ਆਕੀ ਨਹੀਂ ਹੋ ਸਕਦੇ। ਮਨੁੱਖ ਜੋ ਚੀਜ਼ ਪੈਦਾ ਕਰਦਾ ਹੋ ਸਕਦਾ ਮਨੁੱਖ ਦੇ ਵੱਸੋਂ ਬਾਹਰ ਹੋ ਜਾਵੇ। ਮੰਨ ਲਓ ਬੰਦੇ ਨੇ ਕਾਰ ਬਣਾਈ, ਜੇ ਬੰਦੇ ਨੇ ਕਾਰ ਬਣਾਈ ਤੇ ਬੰਦਾ ਹੁਣ ਕਾਰ ਚਲਾਉਣ ਲੱਗ ਪਿਆ, ਉਹ ਸੋਚੇ ਹੁਣ ਮੇਰੀ ਬਣਾਈ ਕਾਰ ਇਹ ਖਰਾਬ ਨਹੀਂ ਹੋ ਸਕਦੀ, ਐਕਸੀਡੈਂਟ ਨਹੀਂ ਹੋ ਸਕਦਾ। ਤੇ ਹੋ ਸਕਦਾ ਬੰਦੇ ਦੀ ਕ੍ਰਿਤ ਬੰਦੇ ਤੋਂ ਬਾਹਰ ਹੋ ਸਕਦੀ ਹੈ, ਪਰ ਪ੍ਰਮਾਤਮਾ ਦੀ ਕ੍ਰਿਤ ਪ੍ਰਮਾਤਮਾ ਤੋਂ ਬਾਹਰ ਨਹੀਂ ਹੋ ਸਕਦੀ। ਪ੍ਰਮਾਤਮਾ ਨੇ ਜੋ ਵੀ ਪੈਦਾ ਕੀਤਾ, ਪ੍ਰਮਾਤਮਾ ਦੀ ਦ੍ਰਿਸ਼ਟੀ ਤੋਂ, ਪ੍ਰਮਾਤਮਾ ਦੀ ਨਜ਼ਰ ਤੋਂ ਬਾਹਰ ਨਹੀਂ ਹੋ ਸਕਦਾ, ਆਕੀ ਨਹੀਂ ਹੋ ਸਕਦਾ, ਬਾਗੀ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਨੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ। ਪ੍ਰਮਾਤਮਾ ਹਰੇਕ ਨੂੰ ਆਪਣੀ ਨਜ਼ਰ ਦੇ ਵਿੱਚ ਚਲਾਉਂਦਾ ਹੈ, ਆਪਣੀ ਦ੍ਰਿਸ਼ਟੀ ਵਿੱਚ ਚਲਾਉਂਦਾ ਹੈ। ਕੋਈ ਪ੍ਰਮਾਤਮਾ ਦੀ ਦ੍ਰਿਸ਼ਟੀ ਤੋਂ, ਪ੍ਰਮਾਤਮਾ ਦੀ ਨਜ਼ਰ ਤੋਂ ਬਾਹਰ ਨਹੀਂ ਹੋ ਸਕਦਾ, ਬਾਗੀ ਨਹੀਂ ਹੋ ਸਕਦਾ। ਬੰਦੇ ਤੋਂ ਬੰਦਾ ਬਾਗੀ ਹੋ ਸਕਦਾ। ਬੰਦਾ ਕਿਸੇ ਨੂੰ ਪੈਦਾ ਕਰੇ, ਬੰਦਾ ਘਰ ਵਿੱਚ ਜਾਨਵਰ ਰੱਖੇ, ਛੋਟਾ ਹੁੰਦਾ ਭਾਵੇਂ ਲਿਆ ਕੇ ਜਾਨਵਰ ਪਾਲ ਲਵੇ, ਬੜਾ ਪਿਆਰ ਕਰੇ, ਹੋ ਸਕਦਾ ਇੱਕ ਦਿਨ ਬਾਗੀ ਹੋ ਜਾਵੇ, ਹੋ ਸਕਦਾ। ਬੰਦਾ ਸੋਚੇ ਮੈਂ ਇਹਨੂੰ ਛੋਟੇ ਹੁੰਦੇ ਨੂੰ ਲਿਆ ਕੇ ਪਾਲਿਆ, ਇਹਨਾਂ ਬੜਾ ਪਿਆਰ ਕੀਤਾ, ਇਹਨੂੰ ਮੈਂ ਬੱਚਿਆਂ ਵਾਂਗ ਪਾਲਿਆ, ਇਹ ਮੇਰੇ ਥੋੜ੍ਹਾ ਦੰਦ ਮਾਰ ਸਕਦਾ, ਕੋਈ ਵਿਧਾਨ ਨਹੀਂ ਹੈ। ਬੰਦਾ ਜਿਹਨੂੰ ਮਰਜ਼ੀ ਪੈਦਾ ਕਰੇ ਉਹ ਉਹਦੇ ਤੋਂ ਬਾਹਰ ਹੋ ਸਕਦਾ, ਪਰ ਪ੍ਰਮਾਤਮਾ ਜਿਸ ਨੂੰ ਪੈਦਾ ਕਰਦਾ ਉਹ ਪ੍ਰਮਾਤਮਾ ਤੋਂ ਬਾਹਰ ਨਹੀਂ ਹੋ ਸਕਦਾ। ਇਸ ਲਈ ਸਾਹਿਬ ਕਹਿੰਦੇ ਨੇ, ਇੱਕ ਸੱਚਾ ਸਭ ਸੇਵੰਦੀ, ਤੁਰ ਭਾਗ ਮਿਲਾਵਾ। ਮਹਾਰਾਜ ਕਹਿੰਦੇ ਹਨ, ਇੱਕ ਪਰਮਾਤਮਾ ਸੱਚਾ ਹੈ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਚੱਲਦੀ ਹੈ, ਪਰ ਭਾਈ
ਧੁਰੋਂ ਲਿਖੇ ਭਾਗਾਂ ਦੇ ਅਨੁਸਾਰ, ਧੁਰੋਂ ਲਿਖੀ ਕਿਸਮਤ ਦੇ ਅਨੁਸਾਰ ਹੀ ਪ੍ਰਮਾਤਮਾ ਮਿਲਦਾ ਹੈ। ਗੁਰਮੁਖ ਮਿਲੇ ਸੇ ਨਾ ਵਿਛੜੈ, ਪਾਵੈ ਸੱਚ ਸੋਏ। ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਮਿਲੇ, ਜਿਹੜੇ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਨੂੰ ਮਿਲੇ ਹਨ, ਸੇ ਨਾ ਵਿਛੜੈ ਪਾਵੈ ਸੱਚ ਸੋਏ। ਉਹ ਰੱਬ ਨੂੰ ਪਾ ਲੈਂਦੇ ਨੇ, ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਪਾ ਲੈਂਦੇ ਨੇ। ਉਹ ਫਿਰ ਕਦੇ ਵਿਛੜਦੇ ਨਹੀਂ, ਕਿਉਂਕਿ ਉਹ ਗੁਰੂ ਦੇ ਅਨੁਸਾਰੀ ਹੋ ਕੇ ਰੱਬ ਨੂੰ ਮਿਲੇ ਨੇ। ਪ੍ਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਸਤਿਗੁਰੂ ਨੇ ਕਰਵਾਇਆ ਹੈ। ਉਹ ਆਪਣੀ ਸਿਆਣਪ ਨਾਲ ਨਹੀਂ ਮਿਲੇ, ਆਪਣੇ ਹੱਠ ਯੋਗ ਨਾਲ ਨਹੀਂ ਮਿਲੇ, ਆਪਣੀ ਤਾਕਤ ਨਾਲ ਨਹੀਂ ਮਿਲੇ। ਕਈ ਆਪਣੀ ਤਾਕਤ ਨਾਲ ਮਿਲਦੇ ਨੇ ਰੱਬ ਨੂੰ, ਕਈ ਮਨ ਹੱਠ ਨਾਲ ਵੀ ਰੱਬ ਨੂੰ ਮਿਲਦੇ ਨੇ। ਕਹਿੰਦੇ ਨੇ ਇੱਕ ਮਹਾਤਮਾ, ਉਹਨਾਂ ਨੇ 30 ਸਾਲ ਅਭਿਆਸ ਕੀਤਾ, 30 ਸਾਲ ਕਣ ਕਣ ਵਿੱਚ, ਜਰੇ ਜਰੇ ਵਿੱਚ ਰੱਬ ਨੂੰ ਦੇਖਣ ਲੱਗ ਪਏ। ਹਰ ਇੱਕ ਦੇ ਵਿੱਚ ਰੱਬ ਨੂੰ ਦੇਖਣ ਲੱਗ ਪਏ। ਅਭਿਆਸ ਕੀਤਾ, ਉਹਨਾਂ ਨੇ ਅਭਿਆਸ ਕੀਤਾ। ਇਹ ਤਾਂ ਅਭਿਆਸ ਹੈ ਨਾ। ਤੁਸੀਂ ਅਭਿਆਸ ਕਿਸੇ ਵੀ ਚੀਜ਼ ਦਾ ਕਰੋ, ਤੁਸੀਂ ਕਰ ਲਓਗੇ। ਤੁਸੀਂ ਇਹ ਅਭਿਆਸ ਕਰ ਲਓ ਕਿ ਮੈਂ ਹਰੇਕ ਬੰਦੇ ਦੇ ਅੰਦਰ ਰੱਬ ਦੇਖਣਾ, ਤੁਸੀਂ ਦੇਖਣ ਲੱਗ ਪਾਓਗੇ। ਪਰ ਹੋਏਗਾ ਝੂਠ, ਉਹ ਤੁਹਾਡਾ ਝੂਠ ਹੋਏਗਾ, ਕਿਉਂਕਿ ਉਹ ਤੁਹਾਡੀ ਧਿੰਗਾਜੋਰੀ ਹੋਏਗੀ, ਮਨ ਹੱਟ ਹੋਏਗਾ, ਆਪਣੇ ਆਪ ਤੇ ਜ਼ੁਲਮ ਹੋਏਗਾ, ਉਹ ਸਮਝ ਨਹੀਂ ਹੋਏਗੀ, ਗਿਆਨ ਨਹੀਂ ਹੋਏਗਾ। ਉਹ ਮਹਾਤਮਾ ਨੇ 30 ਸਾਲ ਲਾ ਕੇ ਅਭਿਆਸ ਕਰ ਲਿਆ ਕਿ ਮੈਂ ਸਾਰਿਆਂ ਵਿੱਚ ਰੱਬ ਦੇਖਣਾ। ਇੱਕ ਚੰਗੇ ਮਹਾਂਪੁਰਖ ਜਿਹੜੇ ਸੱਚ ਦੇ ਚੱਲਣ ਵਾਲੇ ਸੀ, ਉਹਨਾਂ ਦੇ ਕੋਲ ਗਏ, ਕਹਿਣ ਲੱਗੇ ਜੀ ਮੈਂ 30 ਸਾਲ ਅਭਿਆਸ ਕੀਤਾ, ਮੈਂ ਹੁਣ ਕਣ ਕਣ ਵਿੱਚ ਰੱਬ ਨੂੰ ਦੇਖਦਾ, ਪੱਤੇ ਪੱਤੇ ਵਿੱਚ ਰੱਬ ਨੂੰ ਦੇਖਦਾ, ਹਰੇਕ ਦੇ ਵਿੱਚ ਰੱਬ ਨੂੰ ਦੇਖਦਾ। ਮਹਾਤਮਾ ਸਮਝ ਗਏ। ਉਹਨਾਂ ਨੇ ਦੇਖਿਆ ਇਹਨੇ ਗੱਲ ਨੂੰ ਸਮਝਿਆ ਨਹੀਂ, ਨੁਕਤਾ ਨਹੀਂ ਇਹਨੇ ਸਮਝਿਆ, ਇਹਨੇ ਸਿਰਫ ਐਵੇਂ ਆਪਣੇ ਆਪ ਤੇ ਤਸ਼ੱਦਦ ਹੀ ਕੀਤਾ। ਕਹਿਣ ਲੱਗੇ ਚੱਲ ਠੀਕ ਹੈ, ਤੂੰ ਹੁਣ ਏਦਾਂ ਕਰ, ਸਾਡੇ ਕੋਲ 3 ਦਿਨ ਰਹਿ। ਉਹ ਮਹਾਤਮਾ 3 ਦਿਨ ਰਿਹਾ ਤੇ ਮਹਾਤਮਾ ਨੇ ਉਸ ਦਾ ਧਿਆਨ ਲੱਗਣ ਨਾ ਦਿੱਤਾ, ਅਭਿਆਸ ਹੋਣ ਨਾ ਦਿੱਤਾ। ਉਸ ਨੂੰ ਗੱਲਾਂ ਵਿੱਚ ਪਾਈ ਰੱਖਿਆ, ਇੱਧਰ ਉੱਧਰ ਲੈ ਜਾਣਾ, ਸੈਰ ਸਪਾਟੇ ਤੇ ਲੈ ਜਾਣਾ, ਹੋਰੇ ਪਾਸੇ ਪਾ ਰੱਖਿਆ। 3 ਦਿਨਾਂ ਬਾਅਦ ਪੁੱਛਿਆ ਕਿ ਮਹਾਤਮਾ ਜੀ ਹੁਣ ਦੇਖਿਓ ਤਾਂ ਜਰਾ, ਤੁਹਾਨੂੰ ਕਣ ਕਣ ਵਿੱਚ ਰੱਬ ਦਿਸਦਾ, ਬੰਦੇ ਵਿੱਚ ਰੱਬ ਦਿਸਦਾ? ਕਹਿਣ ਲੱਗੇ ਜੀ ਹੁਣ ਨਹੀਂ ਦਿਸਦਾ, ਕਿਉਂਕਿ ਤੁਸੀਂ ਅਭਿਆਸ ਨਹੀਂ ਹੋਣ ਦਿੱਤਾ, ਤੁਸੀਂ ਸਾਧਨਾ ਹੋਣ ਨਹੀਂ ਦਿੱਤੀ। ਮਹਾਂਪੁਰਖ ਕਹਿਣ ਲੱਗੇ ਇਹ ਸਾਧਨਾ ਦਾ ਵਿਸ਼ਾ ਨਹੀਂ, ਇਹ ਘਾਲਣਾ ਦਾ ਵਿਸ਼ਾ ਨਹੀਂ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਆ ਚਿੰਤਾ। ਜੇ ਘਾਲਣਾ ਨਾਲ, ਸਾਧਨਾ ਨਾਲ ਰੱਬ ਮਿਲਦਾ ਹੋਵੇ ਨਾ, ਫਿਰ ਘਾਲਣਾ ਵੱਡੀ ਹੋ ਗਈ, ਸਾਧਨਾ ਵੱਡੀ ਹੋ ਗਈ। ਜਿਹੜੇ ਚੂਹੜਕਾਣੇ ਦੇ ਜੰਗਲ ਵਿੱਚ ਸਾਧੂ ਬੈਠੇ ਸੀ, ਉਹਨਾਂ ਦੀ ਬੜੀ ਸਾਧਨਾ ਸੀ, ਬਹੁਤ ਸਾਧਨਾ ਸੀ ਉਹਨਾਂ ਦੀ। ਕੋਈ ਪੁੱਠਾ ਲਟਕ ਕੇ ਸਾਧਨਾ ਕਰਦਾ ਸੀ, ਕੋਈ ਬਰਫ਼ ਵਾਲੇ ਪਾਣੀ ਵਿੱਚ ਬੈਠ ਕੇ ਸਾਧਨਾ ਕਰਦਾ ਸੀ, ਕੋਈ ਭੁੱਖਾ ਰਹਿ ਕੇ ਸਾਧਨਾ ਕਰਦਾ ਸੀ, ਕੋਈ ਧੂਣੀਆਂ ਤਪਾ ਕੇ ਸਾਧਨਾ, ਬੜੀਆਂ ਸਾਧਨਾਵਾਂ ਕਰਦੇ ਸੀ ਉਹ। ਪਰ ਉਹਨਾਂ ਦੇ ਅੰਦਰ ਭੁੱਖ ਸੀ ਪਰਮਾਤਮਾ ਦੇ ਮਿਲਣ ਦੀ। ਅਸੀਂ ਤੇ ਬਾਹਰੀ ਭੁੱਖ ਬਣਾ ਲਈ ਨਾ ਜੀ। ਸਾਧੂ ਭੁੱਖੇ ਬੈਠੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਲੰਗਰ ਛਕਾ ਦਿੱਤਾ। ਉਹਨਾਂ ਦੇ ਅੰਦਰ ਉਹ ਭੁੱਖ ਨਹੀਂ ਸੀ, ਉਹਨਾਂ ਦੇ ਅੰਦਰ ਸੀ ਪਰਮਾਤਮਾ ਦੇ ਮਿਲਾਪ ਦੀ ਭੁੱਖ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਉਹ ਜਿਹੜੀ ਭੁੱਖ ਸੀ ਨਾ, ਅਸਲੀ ਭੁੱਖ, ਆਤਮਿਕ ਭੁੱਖ, ਉਹ ਦੂਰ ਕਰ ਦਿੱਤੀ। ਸਾਧੂ ਦੀ ਭੁੱਖ ਇਹ ਨਹੀਂ ਹੁੰਦੀ ਜਿਹੜੀ ਸਾਡੀ ਭੁੱਖ ਹੈ। ਅਸੀਂ ਆਪਣੀ ਪੇਟ ਦੀ ਭੁੱਖ ਨੂੰ ਹੀ ਸਾਧੂਆਂ ਦੀ ਭੁੱਖ ਦੇ ਨਾਲ ਮਿਲਾ ਦਿੰਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਜਨ ਕੀ ਭੁੱਖ ਤੇਰਾ ਨਾਮ ਆਹਾਰ। ਉਹਨਾਂ ਦੀ ਜਿਹੜੀ ਭੁੱਖ ਹੈ ਨਾ, ਉਹ ਆਤਮਿਕ ਭੁੱਖ ਹੁੰਦੀ ਹੈ। ਸਾਧੂ ਜਿਹੜਾ ਉਹ ਸਰੀਰਕ ਤੌਰ ਤੇ ਭੁੱਖਾ ਰਹਿ ਸਕਦਾ, ਪਰ ਆਤਮਿਕ ਤੌਰ ਤੇ ਭੁੱਖਾ ਨਹੀਂ ਰਹਿ ਸਕਦਾ। ਤੇ ਨਾਮ ਦਾ ਭੋਜਨ, ਨਾਮ ਦੀ ਖੁਰਾਕ ਕੌਣ ਵੰਡਦੇ ਨੇ? ਗੁਰੂ ਨਾਨਕ ਸਾਹਿਬ। ਸੱਚੇ ਪਾਤਸ਼ਾਹ ਜੀ ਨੇ ਦੇਖਿਆ ਇਹ ਸਾਧੂ ਸਾਧਨਾ ਦੇ ਬੜੀ ਕਰਦੇ ਨੇ, ਪਰ ਵਿਚਾਰੇ ਭੁੱਖੇ ਨੇ, ਅਜੇ ਅੰਦਰੋਂ ਰੱਜੇ ਨਹੀਂ, ਅਜੇ ਅੰਦਰੋਂ ਤ੍ਰਿਪਤ ਨਹੀਂ ਹੋਏ। ਸੰਤ ਰੇਣ ਨੇ ਵੀ ਆਖਿਆ ਮਹਾਰਾਜ ਸਾਧਨਾ ਬੜੀ ਕੀਤੀ, ਪਰ ਅੰਦਰ ਸ਼ਾਂਤੀ ਨਹੀਂ, ਅੰਦਰੋਂ ਬੜੇ ਦੁਖੀ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉਹਨਾਂ ਨੂੰ ਨਾਮ ਦਾ ਭੋਜਨ ਦਿੱਤਾ, ਨਾਮ ਦੀ ਖੁਰਾਕ ਦਿੱਤੀ। ਉਹ ਸਾਧੂ ਤ੍ਰਿਪਤ ਹੋ ਗਏ, ਰੱਜ ਗਏ। ਕਹਿਣ ਲੱਗੇ ਅਸਲੀ ਭੋਜਨ ਸਾਨੂੰ ਅੱਜ ਮਿਲਿਆ, ਗਿਆਨ ਹੋ ਗਿਆ, ਸਮਝ ਆ ਗਈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਆਂ ਹੈ ਦੁੱਖ। ਉਹਨਾਂ ਦੇ ਅੰਦਰ ਨਾਮ ਦੀ ਭੁੱਖ ਸੀ। ਇਸ ਵਾਸਤੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਸਾਨੂੰ ਇਹੀ ਸਮਝਾ ਰਹੇ ਹਨ, ਜਿਹੜੇ ਗੁਰੂ ਵਾਲੇ ਬਣ ਕੇ ਉਸ ਪਰਮਾਤਮਾ ਦੇ ਨਾਲ ਮਿਲੇ ਨੇ, ਉਹ ਨਹੀਂ ਕਦੇ ਵਿਛੜਦੇ, ਉਹ ਕਦੇ ਪਰਮਾਤਮਾ ਤੋਂ ਫਿਰ ਦੂਰ ਨਹੀਂ ਹੁੰਦੇ। ਉਹਨਾਂ ਨੇ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਪਾ ਲਿਆ ਹੈ। ਇਸ ਤਰ੍ਹਾਂ ਕਿਰਪਾ ਕਰਦੇ ਹਨ। ਇੱਕ ਭਗਤੀ ਸਾਰ ਨਾ ਜਾਣਨੀ, ਮਨਮੁਖ ਭਰਮ ਭੁਲਾਏ। ਪਰ ਇਹਦੇ ਉਲਟ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਆਪ ਹੁਦਰੇ ਹਨ।
ਜਿਹੜੇ ਭਗਤੀ ਦੀ ਸਾਰ ਹੀ ਨਹੀਂ ਜਾਣਦੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਭਗਤੀ ਕੀ ਚੀਜ਼ ਹੁੰਦੀ ਹੈ, ਸਿਮਰਨ ਕੀ ਹੁੰਦਾ ਹੈ, ਪਰਮਾਤਮਾ ਦੇ ਵਿੱਚ ਜੁੜਨਾ ਇਹ ਕੀ ਚੀਜ਼ ਹੈ, ਇਸ ਦਾ ਕੀ ਲਾਭ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਤੁਸੀਂ ਕਈ ਵਾਰ ਸ਼ਲੋਕਾਂ ਵਿੱਚ ਸਰਵਣ ਕੀਤੇ ਹੋਣਗੇ। ਮਹਾਰਾਜ ਕਹਿੰਦੇ ਨੇ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਇਹ ਤਨ। ਜੇ ਪਰਮੇਸ਼ਰ ਦੀ ਭਗਤੀ ਸਾਡੇ ਕੋਲ ਨਹੀਂ, ਸਾਡਾ ਇਹ ਸਰੀਰ ਸੂਕਰ ਦੀ ਤਰ੍ਹਾਂ ਹੈ, ਕੂਕਰ ਦੀ ਤਰ੍ਹਾਂ ਹੈ। ਭਾਵ ਭਗਤੀ ਤੋਂ ਬਿਨਾਂ ਅਸੀਂ ਮਨੁੱਖਾ ਜਨਮ ਦੇ ਵਿੱਚ ਹੁੰਦੇ ਹੋਏ ਵੀ ਜੂਨੀਆਂ ਭੋਗ ਰਹੇ ਹਾਂ। ਤੇ ਸਤਿਗੁਰੂ ਕਹਿੰਦੇ ਨੇ, ਜਿਹੜੇ ਆਪ ਹੁਦਰੇ ਹਨ, ਮਨ ਦੀ ਮੱਤ ਪਿੱਛੇ ਚੱਲਣ ਵਾਲੇ, ਉਹ ਭਗਤੀ ਦੀ ਸਾਰ ਨਹੀਂ ਜਾਣਦੇ, ਉਹ ਸਿਮਰਨ ਦੀ ਸਾਰ ਨਹੀਂ ਜਾਣਦੇ, ਉਹ ਸਤ ਸੰਗਤ ਦੀ ਸਾਰ ਨਹੀਂ ਜਾਣਦੇ, ਉਹ ਬਾਣੀ ਪੜ੍ਹਨ ਦਾ ਆਨੰਦ ਮਹਾਰਾਜ ਕਹਿੰਦੇ ਨੇ ਉਹ ਨਹੀਂ ਜਾਣਦੇ। ਇਸ ਤਰ੍ਹਾਂ ਕਿਰਪਾ ਕਰਦੇ ਹਨ, ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ। ਪਰ ਸਾਹਿਬ ਕਹਿੰਦੇ ਨੇ, ਭਾਈ ਉਹਨਾਂ ਵਿੱਚ ਵੀ ਰੱਬ ਹੀ ਵਰਤਦਾ ਹੈ, ਉਹਨਾਂ ਨਾਲ ਈਰਖਾ ਨਾ ਕਰੋ। ਜੇ ਕੋਈ ਭਗਤੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਉਹਦੇ ਨਾਲ ਵੀ ਈਰਖਾ ਨਾ ਕਰੋ। ਆਪਣੀ ਸੋਚ ਇੰਨੀ ਉੱਚੀ ਬਣਾ ਲਓ, ਆਪਣੀ ਸੋਚ ਇੰਨੀ ਮਹਾਨ ਬਣਾ ਲਓ। ਉਹਨਾਂ ਵਿੱਚ ਵੀ ਪ੍ਰਮਾਤਮਾ ਵਰਤਦਾ। ਕੁਝ ਕੀਤਾ ਨਹੀਂ ਜਾ ਸਕਦਾ, ਕੁਝ ਕੀਤਾ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਨੂੰ ਕੁਰਾਹੇ ਪ੍ਰਮਾਤਮਾ ਨੇ ਹੀ ਪਾਇਆ ਹੋਇਆ ਹੈ। ਇੱਕ ਭਰਮ ਭੂਲੇ ਫਿਰਹਿ ਦਹਿ, ਇੱਕ ਨਾਮ ਲਾਗ ਸਵਾਰਿਆ। ਪ੍ਰਮਾਤਮਾ ਨੇ ਜਿਨ੍ਹਾਂ ਨੂੰ ਕੁਰਾਹੇ ਪਾਇਆ ਹੋਇਆ, ਅਸੀਂ ਉਹਨਾਂ ਨੂੰ ਕਦੇ ਰਾਹ ਤੇ ਨਹੀਂ ਲਿਆ ਸਕਦੇ, ਅਸੀਂ ਉਹਨਾਂ ਨੂੰ ਕਦੇ ਸਮਝਾ ਨਹੀਂ ਸਕਦੇ। ਤੇ ਜਿਨ੍ਹਾਂ ਨੂੰ ਮਾਲਕ ਨੇ ਸਹੀ ਰਾਹ ਤੇ ਪਾ ਦਿੱਤਾ, ਅਸੀਂ ਉਹਨਾਂ ਨੂੰ ਕਦੇ ਕੁਰਾਹੇ ਵੀ ਨਹੀਂ ਪਾ ਸਕਦੇ। ਮਹਾਰਾਜ ਕਹਿੰਦੇ ਨੇ, ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ। ਭਾਵ ਇਹ ਹੈ, ਅਸਲ ਦੇ ਵਿੱਚ ਗੁਰੂ ਸਾਹਿਬ ਦੇ ਸਮਝਾਉਣ ਦਾ ਭਾਵ ਇਹ ਹੈ ਕਿ ਜੇ ਕੋਈ ਰੱਬ ਨਾਲ ਨਹੀਂ ਜੁੜਿਆ, ਉਹਦੇ ਨਾਲ ਈਰਖਾ ਨਾ ਕਰੋ, ਉਹਦੇ ਨਾਲ ਦਵੈਸ਼ ਨਾ ਕਰੋ, ਉਹਦੇ ਤੋਂ ਨਫ਼ਰਤ ਨਾ ਕਰੋ, ਉਹਦੇ ਨਾਲ ਵੀ ਪਿਆਰ ਕਰੋ, ਉਹਦੇ ਨਾਲ ਵੀ ਪਿਆਰ ਕਰੋ। ਤੇ ਜੇ ਕੋਈ ਭਾਈ ਪਰਮਾਤਮਾ ਨਾਲ ਜੁੜਿਆ ਹੈ, ਉਹ ਆਪਣੇ ਅੰਦਰ ਹੰਕਾਰ ਨਾ ਪਾਲੇ ਕਿ ਮੈਂ ਬੜਾ ਨਾਮ ਜਪਦਾ ਹਾਂ, ਮੈਂ ਬੜਾ ਗੁਰਸਿੱਖ ਹਾਂ, ਮੈਂ ਬੜੀ ਬਾਣੀ ਪੜ੍ਹਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ, ਤੇਰੇ ਤੇ ਕਿਰਪਾ ਹੈ, ਪਰ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ, ਰੱਬ ਵਸਦਾ ਉਹਦੇ ਅੰਦਰ ਵੀ ਹੈ। ਇਹ ਨਹੀਂ ਕਿ ਉਹਦੇ ਅੰਦਰ ਰੱਬ ਨਹੀਂ ਹੈ। ਹਾਂ, ਉਹਦੇ ਵਾਸਤੇ ਅਰਦਾਸ ਕੀਤੀ ਜਾ ਸਕਦੀ ਹੈ, ਮਾਲਕ ਜੀ ਜਿਹੜਾ ਰਸ ਮੇਰੇ ਕੋਲ ਹੈ ਇਹਦੇ ਕੋਲ ਵੀ ਹੋਵੇ, ਜਿਹੜਾ ਪਰਮ ਆਨੰਦ ਮੇਰੇ ਕੋਲ ਹੈ ਇਹਦੇ ਕੋਲ ਵੀ ਹੋਵੇ। ਤੁਸੀਂ ਮੈਨੂੰ ਸਹੀ ਰਸਤੇ ਤੇ ਪਾਏ, ਇਸ ਨੂੰ ਵੀ ਸਹੀ ਰਸਤੇ ਤੇ ਪਾਓ। ਅਰਦਾਸ ਕਰ ਸਕਦੇ ਹਾਂ। ਆਖਰੀ ਬੰਦ ਇਸ ਸ਼ਬਦ ਦਾ ਉਹ ਅਰਦਾਸ ਦਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਾਂ। ਜਿਸ ਨਾਲ ਜੋ ਲਈ ਖਲੇ ਕੀਚੈ ਅਰਦਾਸ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਪਰਮਾਤਮਾ ਦੇ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ, ਪਰਮਾਤਮਾ ਦੇ ਅੱਗੇ ਸਾਡੀ ਕੋਈ ਸਿਆਣਪ ਨਹੀਂ ਚੱਲ ਸਕਦੀ, ਉਸ ਪਰਮਾਤਮਾ ਦੇ ਅੱਗੇ ਖੜੇ ਹੋ ਕੇ ਤਤਪਰ ਸਾਵਧਾਨ ਹੋ ਕੇ ਅਰਦਾਸ ਕਰੀਏ। ਪਰਮਾਤਮਾ ਦੇ ਅੱਗੇ ਅਰਦਾਸ ਚੱਲਦੀ ਹੈ। ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ। ਅਰਦਾਸ ਜਦੋਂ ਅੰਦਰੋਂ ਨਿਕਲਦੀ ਹੈ, ਜਦੋਂ ਅੰਦਰੋਂ ਅਰਦਾਸ ਆਉਂਦੀ ਹੈ, ਅਰਦਾਸ ਹਿਰਦੇ ਦੀ ਹੂਕ ਹੁੰਦੀ ਹੈ, ਅਰਦਾਸ ਹਿਰਦੇ ਦੀ ਵੇਦਨਾ ਹੁੰਦੀ ਹੈ। ਅਰਦਾਸ ਮਾਲਕ ਦੇ ਦਰ ਤੇ ਜ਼ਰੂਰ ਸੁਣੀ ਜਾਂਦੀ ਹੈ ਤੇ ਪੂਰੀ ਵੀ ਹੁੰਦੀ ਹੈ। ਜੇ ਨਹੀਂ ਪੂਰੀ ਹੋਈ, ਦੋਸ਼ ਸਾਡਾ ਹੋ ਸਕਦਾ, ਪਰਮਾਤਮਾ ਦਾ ਦੋਸ਼ ਨਹੀਂ ਹੋ ਸਕਦਾ। ਸਾਡੇ ਅਰਦਾਸ ਵਿੱਚ ਕਿਤੇ ਨਾ ਕਿਤੇ ਕਮੀ ਹੋ ਸਕਦੀ ਹੈ, ਪਰ ਮਾਲਕ ਵਿੱਚ ਕਮੀ ਨਹੀਂ, ਕਿਉਂਕਿ ਸਾਡੇ ਅਰਦਾਸ ਵਿੱਚ ਵੀ ਹੰਕਾਰ ਹੁੰਦਾ ਹੈ। ਸਾਡੀ ਅਰਦਾਸ ਕਿਉਂ ਨਹੀਂ ਸੁਣੀ ਜਾਂਦੀ, ਸਾਡੀ ਅਰਦਾਸ ਕਿਉਂ ਨਹੀਂ ਪੂਰੀ ਹੁੰਦੀ? ਕਿਉਂਕਿ ਸਾਡੀ ਅਰਦਾਸ ਵੀ ਅੱਧੀ ਤੇ ਹੰਕਾਰ ਨਾਲੇ ਭਰੀ ਹੁੰਦੀ ਹੈ। ਰੱਬ ਜੀ ਸਾਡਾ ਇਹ ਕੰਮ ਕਰ ਦਿਓ, ਅਸੀਂ ਤੁਹਾਡਾ ਫਿਰ ਇਹ ਕਰ ਦਿਆਂਗੇ, ਅਸੀਂ ਫਿਰ ਤੁਹਾਡਾ ਲੰਗਰ ਲਾ ਦਿਆਂਗੇ, ਅਸੀਂ ਫਿਰ ਤੁਹਾਡਾ ਸਹਿਜ ਪਾਠ ਕਰਵਾ ਦਿਆਂਗੇ। ਰੱਬ ਜੀ ਅਸੀਂ ਤੇ ਲਾਲਚ ਦੇਣ ਡਏ ਹੁੰਦੇ ਹਾਂ, ਰਿਸ਼ਵਤ ਦੇਣ ਡਏ ਹੁੰਦੇ ਹਾਂ, ਤੁਸੀਂ ਸਾਡਾ ਇਹ ਕੰਮ ਕਰ ਦਿਓ, ਅਸੀਂ ਤੁਹਾਡਾ ਇਹ ਕਰ ਦਿਆਂਗੇ। ਸਾਡੀ ਅਰਦਾਸ ਵਿੱਚ ਵੀ ਸਾਡਾ ਹੰਕਾਰ ਹੀ ਲੁਕਿਆ ਹੋਇਆ ਹੁੰਦਾ। ਉੱਥੇ ਵੀ ਅਸੀਂ ਦਿਖਾ ਦਿੰਦੇ ਅਸੀਂ ਵੀ ਕੁਛ ਹਾਂ। ਰੱਬ ਜੀ ਜੇ ਤੁਸੀਂ ਕੁਛ ਹੈਗੇ ਨਾ ਤੇ ਅਸੀਂ ਵੀ ਕੁਛ ਹੈਗੇ ਹਾਂ, ਅਸੀਂ ਵੀ ਕੁਛ ਹਾਂ। ਇਹ ਜਿਹੜਾ ਸਾਡਾ ਹੰਕਾਰ ਹੈ ਨਾ, ਇਹ ਫਿਰ ਸਾਡੀ ਅਰਦਾਸ ਮਾਲਕ ਦੇ ਦਰ ਤੱਕ ਪਹੁੰਚਣ ਨਹੀਂ ਦਿੰਦਾ। ਮਾਲਕ ਕਹਿੰਦਾ ਫਿਰ ਲਾਲਾ ਜੋਰ ਹੁਣ ਜਿੰਨਾ ਲੱਗਦਾ ਕਰ ਲਾ, ਤੇ ਕੀ ਕਰਨਾ, ਕਿੱਥੋਂ ਤੱਕ ਤੂੰ ਮੈਨੂੰ ਲਿਜਾ ਲਏਗਾ। ਸਾਡੀ ਤੇ ਉਹ ਹਾਲਤ ਹੈ ਵੀ ਜਿਵੇਂ ਕੋਈ ਸਮੁੰਦਰ ਨੂੰ ਜਾ ਕੇ ਕਹੇ, ਸਮੁੰਦਰ ਜੀ ਸਾਡੇ ਘਰ ਵੀ ਪਾਣੀ ਪਹੁੰਚਾਓ, ਇੱਕ ਚਮਚਾ ਪਾਣੀ ਦਾ ਅਸੀਂ ਤੁਹਾਨੂੰ ਵੀ ਦੇ ਦਿਆਂਗੇ। ਸਮੁੰਦਰ ਨੂੰ ਕੋਈ ਕਹੇ ਕਿ ਸਮੁੰਦਰ ਜੀ ਸਾਡੇ ਘਰ ਪਾਣੀ ਪਹੁੰਚਾ ਦਿਓ, ਉਹਦੇ ਵਿੱਚ ਇੱਕ ਗੜਵੀ ਭਰ ਕੇ ਅਸੀਂ ਤੁਹਾਡੇ ਵਿੱਚ ਵੀ ਆਣ ਕੇ ਡੋਲ ਦਿਆਂਗੇ। ਦੱਸ, ਇਹ ਹਾਲਤ ਸਾਡੀ ਹੈ।
ਅਸੀਂ ਰੱਬ ਦੇ ਦਿੱਤੇ ਵਿੱਚੋਂ ਹੀ ਰੱਬ ਨੂੰ ਕਹਿਣ ਦੇ ਹੁੰਦੇ, ਰੱਬ ਜੀ ਤੁਸੀਂ ਸਾਡਾ ਕੰਮ ਕਰ ਦਿਓ, ਅਸੀਂ ਤੁਹਾਨੂੰ ਫਿਰ ਇਹ ਦੇ ਦਿਆਂਗੇ। ਦੱਸ ਅਸੀਂ ਰੱਬ ਨੂੰ ਕੀ ਦੇਣ ਜੋਗੇ ਹਾਂ, ਗੁਰੂ ਨੂੰ ਕੀ ਦੇਣ ਜੋਗੇ ਹਾਂ? ਅਸੀਂ ਹਾਂ ਹੀ ਕੀ ਹਾਂ? ਸਾਡਾ ਹੰਕਾਰ ਸਾਡੀ ਅਰਦਾਸ ਨੂੰ ਸਫਲ ਨਹੀਂ ਹੋਣ ਦਿੰਦਾ। ਦੋਸ਼ ਸਾਡਾ ਹੁੰਦਾ, ਰੱਬ ਦਾ ਦੋਸ਼ ਨਹੀਂ ਹੁੰਦਾ, ਗੁਰੂ ਦਾ ਦੋਸ਼ ਨਹੀਂ ਹੁੰਦਾ। ਨਿਰਹੰਕਾਰ ਹੋ ਕੇ ਅਰਦਾਸ ਕਰੋ, ਕਿਉਂ ਨਾ ਸਫਲ ਹੋਵੇਗੀ, ਕਿਉਂ ਨਾ ਮਾਲਕ ਦੇ ਦਰ ਤੇ ਸੁਣੀ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ, ਜਿਸ ਰੱਬ ਦੇ ਅੱਗੇ ਜ਼ੋਰ ਨਾ ਚੱਲੇ ਉਹਦੇ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਹੈ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸਾਬਾਸ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਗੁਰਮੁਖ ਨਾਮ ਮਨ ਵਸੈ। ਜਦੋਂ ਭਾਈ ਗੁਰੂ ਵਾਲੇ ਬਣ ਕੇ ਗੁਰੂ ਦੇ ਆਸ਼ੇ ਅਨੁਸਾਰ ਹੋ ਕੇ ਨਾਮ ਮਨ ਵਿੱਚ ਵਸਦਾ ਹੈ, ਭਾਵ ਨਾਮੀ ਬਣ ਕੇ ਜਦੋਂ ਅਰਦਾਸ ਕਰਦੇ ਹਾਂ ਤੇ ਮਾਲਕ ਅਰਦਾਸ ਸੁਣ ਕੇ ਸ਼ਾਬਾਸ਼ ਦਿੰਦਾ ਹੈ। ਕਹਿੰਦਾ ਹੈ ਸ਼ਾਬਾਸ਼, ਕਿਉਂਕਿ ਗੁਰੂ ਵਾਲਾ ਬਣ ਕੇ ਤੂੰ ਆਪਣੇ ਅੰਦਰ ਨਾਮ ਵਸਾ ਲਿਆ ਹੈ, ਸੱਚਾਈ ਨੂੰ ਤੂੰ ਸਮਝ ਗਿਆ ਹੈ, ਸੱਚ ਨੂੰ ਤੂੰ ਸਮਝ ਗਿਆ ਹੈ, ਤੇਰੇ ਅੰਦਰੋਂ ਹੰਕਾਰ ਨਿਕਲ ਗਿਆ ਹੈ। ਫਿਰ ਉਹ ਪ੍ਰਮਾਤਮਾ ਅਰਦਾਸ ਸੁਣ ਕੇ ਸ਼ਾਬਾਸ਼ ਦਿੰਦਾ ਹੈ, ਥਾਪੜਾ ਦਿੰਦਾ ਹੈ, ਖੁਸ਼ ਹੋ ਜਾਂਦਾ ਹੈ। ਐਸੇ ਗੁਰਮੁਖ ਦੀ ਅਰਦਾਸ ਪਰਮਾਤਮਾ ਦੇ ਦਰ ਤੇ ਪਹੁੰਚਦੀ ਵੀ ਹੈ ਤੇ ਪ੍ਰਵਾਨ ਵੀ ਹੁੰਦੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਇਹ ਪਾਵਨ ਮੁਖਵਾਕ ਦੀ ਵਿਚਾਰ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਸ਼ਬਦ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਆਪ ਜੀ ਨੇ ਬੜੇ ਟਿਕਾਓ, ਬੜੇ ਪਿਆਰ ਦੇ ਨਾਲ ਸ਼ਬਦ ਦੀ ਵਿਚਾਰ ਸਰਵਣ ਕੀਤੀ। ਕਥਾ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਵਣਗੀਆਂ, ਖਿਮਾ ਕਰ ਦੇਣਾ, ਸਤਿਗੁਰੂ ਜੀ ਸਮੱਤੀ ਬਖਸ਼ਿਸ਼ ਕਰਨ। ਸੋ ਜਿੱਥੇ ਪਿਆਰ ਨਾਲ ਤੁਸੀਂ ਕਥਾ ਸਰਵਣ ਕੀਤੀ, ਕਥਾ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਵੀ ਅਰਦਾਸ ਕਰਵਾਈ। ਸਤਿਗੁਰੂ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਸਰੀਰਕ ਤੰਦਰੁਸਤੀ, ਗੁਰਸਿੱਖੀ ਜੀਵਨ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰ ਦੇਣ। ਇਸੇ ਤਰ੍ਹਾਂ ਆਪਣੇ ਚਰਨਾਂ ਦੇ ਵੱਲ ਆਉਣ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣ, ਆਪਣੇ ਚਰਨਾਂ ਦੀ ਹਾਜ਼ਰੀ ਭਰਨ ਦਾ ਬਲ ਉਦਮ ਬਖਸ਼ਿਸ਼ ਕਰਦੇ ਰਹਿਣ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।